ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਿੱਖ ਚੈਨਲ 768 ਦੇਖ ਰਹੇ ਸਭ ਦਰਸ਼ਕ ਹਾਜ਼ਰੀਨ ਤੇ ਨਾਜ਼ਰੀਨ, ਵੈਲਕਮ, ਸਵਾਗਤਮ, ਖੁਸ਼ ਆਮਦੀਦ। ਜੀਆਂ ਨੂੰ ਸਦਕਿਆਂ ਨੂੰ ਮੈਂ ਵਾਰੀ ਮੈਂ ਬਲਿਹਾਰ ਪ੍ਰੋਗਰਾਮ ਵੌਇਸ ਆਫ ਯਾਰਕਸ਼ਾਇਰ ਲੈ ਕੇ ਹਾਜ਼ਰ ਤੁਹਾਡਾ ਹੋਸਟ, ਤੁਹਾਡਾ ਆਪਣਾ ਪ੍ਰੈਜ਼ੈਂਟਰ ਦੋਸਤ ਮਾਸਟਰ ਵਰਿੰਦਰ ਸਿੰਘ ਜ਼ਖਮੀ। ਸਾਲ 2023 ਅਕਤੂਬਰ ਮਹੀਨੇ ਦੀ 25 ਤਰੀਕ ਤੇ ਦੇਸੀ ਮਹੀਨਾ ਕੱਤਕ ਅੱਜ ਸੁੱਖ ਨਾਲ 9 ਦਿਨ ਚਲਾ ਗਿਆ। ਭੋਲਾ ਭਾਲਾ ਭਗਤ ਸੀ ਧੰਨਾ, ਜਿਸ ਦੀ ਉਸਤਤ ਕਰਦੇ ਲੋਕ। ਸ਼ੇਰਾਂ ਵਰਗਾ ਦਿਲ ਸੀ ਉਹਦਾ, ਹਾਥੀ ਵਰਗਾ ਸਬਰ ਸੰਤੋਖ। ਕੋਇਲ ਵਰਗੀ ਬਿਛੜੀ ਬੋਲੀ, ਚੋਬਿਆਂ ਵਰਗੀ ਉਹਦੀ ਘੋਖ। ਹੱਥ ਤੇ ਸਰੋਂ ਜਮਾ ਗਿਆ ਜ਼ਖਮੀ, ਤਾਂ ਹੀ ਮੰਨਦੇ ਡਾਢੇ ਲੋਕ। ਭੋਲਾ ਭਾਲਾ ਭਗਤ ਸੀ ਧੰਨਾ, ਜਿਸ ਦੀ ਉਸਤਤ ਕਰਦੇ ਲੋਕ। ਸ਼ੇਰਾਂ ਵਰਗਾ ਦਿਲ ਸੀ ਉਹਦਾ, ਹਾਥੀ ਵਰਗਾ ਸਬਰ ਸੰਤੋਖ। ਕੋਇਲ ਵਰਗੀ ਮਿੱਠੜੀ ਬੋਲੀ, ਚੋਬਿਆਂ ਵਰਗੀ ਉਹਦੀ ਘੋਖ। ਹੱਥ ਤੇ ਸਰੋਂ ਜਮਾ ਗਿਆ ਜ਼ਖਮੀ, ਤਾਂ ਹੀ ਮੰਨਦੇ ਡਾਢੇ ਲੋਕ। ਸਿੱਖ ਚੈਨਲ ਦੇ ਪਿਆਰੇ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ, ਆਦਰੀ ਨਮਸਕਾਰ, ਸਲਾਮ ਆਦਾਬ। ਸਤਲੁਜ, ਬਿਆਸ, ਰਾਵੀ, ਚਨਾਹ ਤੇ ਜਿਹਲਮ ਦੇ ਵਸਨੀਕ, ਬਹਾਦਰ ਯੋਧੇ, ਸੰਤ, ਸਿਪਾਹੀ ਤੇ ਭਜਨੀਕ, ਕੁੱਲ ਆਲਮ ਦੇ ਪੰਜਾਬੀਆਂ ਨੂੰ ਇੱਕ ਵਾਰੀ ਫੇਰ ਸਿੱਖ ਚੈਨਲ ਤੇ ਜੀ ਆਇਆਂ ਨੂੰ ਕਹਿੰਦਿਆਂ ਮੈਨੂੰ ਬੇਹੱਦ ਖੁਸ਼ੀ ਅਤੇ ਪ੍ਰਸੰਨਤਾ ਦਾ ਅਹਿਸਾਸ ਹੋ ਰਿਹਾ ਜੀ। ਆਓ ਜੀ ਫਿਰ ਆਪਣਾ ਹਫ਼ਤਾਵਾਰੀ ਪ੍ਰੋਗਰਾਮ, ਪਰਿਵਾਰਕ ਪ੍ਰੋਗਰਾਮ ਵੌਇਸ ਆਫ ਯਾਰਕਸ਼ਾਇਰ ਸ਼ੁਰੂ ਕਰੀਏ। ਸਾਡੇ ਸੰਗੀ ਬੀਬੀ ਸੁਰਿੰਦਰ ਕੌਰ ਗਿੱਲ, ਟੈਕਨੀਕਲ ਟੀਮ ਵੱਲੋਂ ਸ਼੍ਰੀ ਕੁਮਾਰ ਕਾਰਤਿਕ ਸਾਹਿਬ, ਗੁਰਫਤਿਹ ਦੀ ਸਾਂਝ ਹੋ ਜਾਏ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਿੱਖ ਚੈਨਲ ਦੇ ਪਿਆਰੇ ਦਰਸ਼ਕੋ, ਸੋਚਦੇ ਹੋਵੋਗੇ ਅੱਜ ਦਾ ਟੌਪਿਕ, ਅੱਜ ਦਾ ਮਜ਼ਮੂਨ, ਅਨੁਮਾਨ ਕੀ ਹੋ। ਇਸ ਹਫ਼ਤੇ ਅਸੀਂ ਸਿੱਖ ਚੈਨਲ ਤੋਂ ਗੁਰੂ ਗ੍ਰੰਥ ਸਾਹਿਬ ਵਿੱਚ ਸੁਸ਼ੋਭਿਤ ਭਗਤ ਧੰਨਾ ਜੀ ਦੇ ਸ਼ਾਨਦਾਰ ਜੀਵਨ ਬਿਰਤਾਂਤ ਉੱਪਰ ਪੰਛੀ ਝਾਤ ਮਾਰਾਂਗੇ। ਕਿਉਂ ਕਹੀਏ ਕਿ ਦੁਨੀਆ ਵਿੱਚ ਮਸ਼ਹੂਰ ਮਾਰੂਫ ਭਗਤ ਧੰਨਾ ਜੀ ਦੀ ਨਿੱਘੀ ਤੇ ਮਿੱਠੀ ਯਾਦ ਮਨਾਵਾਂਗੇ, ਉਹਨਾਂ ਦੀ ਸੁੱਚੀ ਮਹਿਮਾ ਗਾਵਾਂਗੇ। ਜੀ ਹਾਂ, ਗੱਲ ਹੋਵੇਗੀ ਭਗਤ ਧੰਨਾ ਜੀ ਦੀ ਅਨੋਖੀ ਜ਼ਿੰਦਗੀ ਦੇ ਅਨੋਖੇ ਸਫ਼ਰ ਬਾਰੇ। ਭਗਤ ਜੀ ਵਿੱਚ ਐਸਾ ਕੀ ਗੁਣ ਸੀ, ਕੀ ਵਿਸ਼ੇਸ਼ਤਾ ਸੀ, ਜਾਂ ਕੀ ਕਮਾਲ ਸੀ ਕਿ ਦੁਨੀਆ ਵਿੱਚ ਮਕਬੂਲ ਹੋਏ, ਪ੍ਰਵਾਨ ਹੋਏ ਲੋਕਾਂ ਦੀ ਨਜ਼ਰ ਵਿੱਚ। ਇਹ ਗੱਲ ਤਾਂ ਪੱਕੀ ਹੈ ਕਿ ਦੁਨੀਆ ਉਹਨੂੰ ਯਾਦ ਕਰਦੀ ਹੈ ਜਿਹੜਾ ਕੁਝ ਖਾਸ ਕਰ ਗੁਜ਼ਰੇ। सीखना है तो लोगों के दिलों में रहना सीखिए, सीखना है तो लोगों के दिलों में रहना सीखिए, गरूर में तो साहब सारा जमाना रहता है। सीखना है तो लोगों के दिलों में रहना सीखिए, गरूर में तो साहिब सारा जमाना रहता है। ਟਾਂਕ ਦੇ ਇਲਾਕੇ ਧੂਆਨ ਪਿੰਡ ਵਿੱਚ, ਜੋ ਦਿਓਲੀ ਤੋਂ 20 ਮੀਲ ਦੀ ਦੂਰੀ ਤੇ ਰਾਜਸਥਾਨ ਇੰਡੀਆ ਵਿੱਚ ਹੈ, ਸਨ 1516 ਈਸਵੀ ਵਿੱਚ ਭਗਤ ਧੰਨਾ ਜੀ ਦਾ ਜਨਮ ਜੱਟ ਫੈਮਿਲੀ ਵਿੱਚ ਹੋਇਆ। ਭਗਤ ਧੰਨਾ ਜੀ ਭਗਤ ਕਬੀਰ ਜੀ ਦੇ ਸਮਕਾਲੀ ਸਨ ਅਤੇ ਕਬੀਰ ਜੀ ਤੋਂ 18 ਸਾਲ ਛੋਟੇ ਸਨ। ਧੰਨਾ ਜੀ ਦਾ ਪਿਤਾ ਪੁਰਖੀ ਕਿੱਤਾ, ਪ੍ਰੋਫੈਸ਼ਨ ਖੇਤੀਬਾੜੀ ਅਤੇ ਗਊਆਂ ਪਾਲਣ ਦਾ ਕਾਰੋਬਾਰ ਸੀ। ਪਹਿਲੀ ਉਮਰ ਵਿੱਚ ਧੰਨਾ ਜੀ ਮੂਰਤੀ ਪੁਜਾਰੀ ਸਨ, ਪਰ ਬਾਅਦ ਵਿੱਚ ਇਹ ਧਰਮਾਤਮਾ ਪੁਰਸ਼, ਪਰਮ ਪਿਤਾ ਪਰਮੇਸ਼ਰ ਦੇ ਉਪਾਸ਼ਕ ਹੋ ਕੇ ਪਰਮ ਪਦ ਦੇ ਅਧਿਕਾਰੀ ਹੋਏ। ਮੇਨਲੀ ਇਹ ਗੱਲ ਮਾਣਮੱਤੀ, ਦਿਲਚਸਪ ਤੇ ਰਿਮਾਰਕੇਬਲ ਹੈ ਕਿ ਭਗਤ ਧੰਨਾ ਜੀ ਦੀ ਅੰਮ੍ਰਿਤਮਈ ਰਸ ਭਿੰਨੀ ਬਾਣੀ ਦੇ ਬੋਲ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਹਨ। ਸਾਡੀ ਕੋਸ਼ਿਸ਼ ਹੋਵੇਗੀ ਕਿ ਭਗਤ ਜੀ ਦੀ ਜੀਵਨ ਕਹਾਣੀ ਦੇ ਨਾਲ ਗੁਰੂ ਗ੍ਰੰਥ ਸਾਹਿਬ ਜੀ ਵਿੱਚੋਂ ਉਹਨਾਂ ਦੇ ਦਰਸ਼ਨ ਦੀਦਾਰ ਵੀ ਕਰਦੇ ਚੱਲੀਏ। ਇਹ ਬੜੀ ਸਵਾਦਲੀ, ਵਿਸ਼ੇਸ਼
ਮਹੱਤਵਪੂਰਨ, ਇੰਪੋਰਟੈਂਟ ਤੇ ਜ਼ਾਇਕੇਦਾਰ ਗੱਲ ਹੈ ਕਿ ਚੌਥੇ ਪਾਤਸ਼ਾਹ, ਬਈ ਵਾਹ, ਚੌਥੇ ਪਾਤਸ਼ਾਹ ਸ੍ਰੀ ਗੁਰੂ ਰਾਮਦਾਸ ਜੀ ਆਪਣੇ ਰੱਬਾਨੀ ਕਲਾਮ ਵਿੱਚ ਆਪਣੀ ਰੂਹਾਨੀ ਕਲਮ ਦੇ ਨਾਲ ਰਾਗ ਬਿਲਾਵਲ ਵਿੱਚ ਭਗਤ ਧੰਨਾ ਜੀ ਦਾ ਜ਼ਿਕਰ ਕਰਦੇ ਹਨ। ਆਓ ਦਰਸ਼ਨ ਕਰੀਏ। ਨਾਮਾ, ਜੈਦਿਓ, ਕਬੀਰ, ਤਰਲੋਚਨ, ਔਜਾਤ, ਰਵਿਦਾਸ, ਚਮਾਰ, ਚਮਈਆ। ਨਾਮਦੇਵ, ਜੈਦੇਵ, ਕਬੀਰ, त्रिलोचन and Ravidas, tenor of Luke caste, swam across. ਜੋ ਮਿਲੈ ਸਾਧੂ ਜਨ ਸੰਗਤ, ਧਨ ਧਨਾ ਜੱਟ ਸੈਣ ਮਿਲਿਆ ਹਰਦਈਆ। ਸੈਣ, ਧਨਾ ਜੱਟ and all those who joined the society of the pious person did meet the mercy master. ਭਗਤ ਧੰਨਾ ਜੀ ਦੇ ਮਸਕੀਨ ਤੇ ਭੋਲੇ ਭਾਲੇ ਬਚਪਨ ਦੀ ਬਹੁਤ ਸਵਾਦਲੀ ਸਾਖੀ ਹੈ। ਪੰਡਤ ਤਰਲੋਚਨ ਜੀ ਉਹਨਾਂ ਦੇ ਲਾਗੇ ਸ਼ਾਗੇ ਰਹਿੰਦੇ ਸਨ। ਇੱਕ ਵਾਰ ਜਦੋਂ ਉਹ ਤੀਰਥ ਯਾਤਰਾ ਕਰਕੇ ਆਏ ਤਾਂ ਧੰਨਾ ਜੀ ਦੇ ਖੂਹ ਤੇ ਵਿਸ਼ਰਾਮ ਕੀਤਾ। ਪੰਡਤ ਤਰਲੋਚਨ ਜੀ ਠਾਕੁਰ ਜੀ ਦੀ ਪੂਜਾ ਕਰਦੇ, ਭੋਗ ਲਵਾਉਂਦੇ ਤੇ ਬਾਅਦ ਵਿੱਚ ਅੰਨ ਜਲ ਛਕਦੇ। ਮੁੱਛ ਫੁੱਟ ਗੱਭਰੂ ਧੰਨਾ ਨਿਤਨੇਮ ਦੇਖਦਾ ਸੀ। ਉਹਨੂੰ ਇਹ ਸਭ ਕੁਝ ਮਨ ਲੁਭਾਵਣਾ ਤੇ ਬਹੁਤ ਪਸੰਦ ਸੀ। ਧੰਨਾ ਪਾਠ ਪੂਜਾ ਦੇ ਦੌਰਾਨ ਮਸਤਾਨਾ ਹੋਇਆ, ਹਾਜ਼ਰੀ ਵੀ ਭਰਦਾ ਤੇ ਬਹੁਤ ਸਕੂਨ, ਮਨ ਦੀ ਸ਼ਾਂਤੀ, ਮਾਈਂਡਲੀ ਸੈਟਿਸਫੈਕਸ਼ਨ ਮਹਿਸੂਸ ਕਰਦਾ। ਸ਼ੁਰੂ ਤੇ ਖਤਮ ਰੱਬ ਦੇ ਨਾਂ ਤੋਂ, ਜਿਸ ਦਾ ਕੋਈ ਸ਼ਰੀਕ ਨਹੀਂ। ਉਹਨੂੰ ਛੱਡ ਕੇ ਥਾਂ ਥਾਂ ਭਟਕਣ ਇਨਸਾਨਾਂ ਲਈ ਠੀਕ ਨਹੀਂ। ਮਨ ਮੰਦਰ ਵਿੱਚ ਰੱਬ ਦਾ ਵਾਸਾ, ਬਾਹਰੋਂ ਕੋਈ ਉਡੀਕ ਨਹੀਂ। ਹੰਸ ਛਾਣ ਦਾ ਜਲ, ਦੁੱਧ ਜ਼ਖਮੀ, ਹੋਰ ਕਿਸੇ ਤੌਫੀਕ ਨਹੀਂ। ਆਖਰ ਪੰਡਤ ਤਰਲੋਚਨ ਜੀ ਨੇ ਧੰਨੇ ਦੇ ਪਿਤਾ ਜੀ ਕੋਲੋਂ ਘਰ ਜਾਣ ਵਾਸਤੇ ਆਗਿਆ ਮੰਗੀ। ਪਰਿਵਾਰ ਨੇ ਅਚਾਨਕ ਦੇਖਿਆ ਕਿ ਧੰਨੇ ਨੇ ਪੰਡਤ ਜੀ ਦਾ ਰਾਹ ਰੋਕ ਕੇ ਕਿਹਾ, ਪੰਡਤ ਜੀ, ਇਹ ਠਾਕਰ ਮੈਨੂੰ ਦੇ ਜਾਵੋ। ਮਾਪਿਆਂ ਨੇ ਇਕਲੌਤੇ ਤੇ ਲਾਡਲੇ ਪੁੱਤ ਧੰਨੇ ਨੂੰ ਬਥੇਰਾ ਸਮਝਾਇਆ, ਪਰ ਨੌਜਵਾਨ ਧੰਨਾ ਜ਼ਿੱਦ ਕਰਕੇ ਬੋਲਿਆ, ਮਾਂ, ਮੈਨੂੰ ਹਰ ਹਾਲ ਵਿੱਚ ਠਾਕਰ ਚਾਹੀਦਾ। ਮਾਮਲਾ ਸੰਜੀਦਾ ਹੁੰਦਾ ਦੇਖ ਕੇ ਪਿਤਾ ਦਾ ਇਸ਼ਾਰਾ ਪਾ ਕੇ ਪੰਡਿਤ ਤਰਲੋਚਨ ਜੀ ਰੁਕ ਗਏ। ਅਗਲੇ ਦਿਨ ਤਰਲੋਚਨ ਜੀ ਨਦੀ ਤੇ ਇਸ਼ਨਾਨ ਕਰਨ ਗਏ ਤਾਂ ਇੱਕ ਗੋਲ ਮਟੋਲ ਪੱਥਰ ਦੇਖਿਆ ਤੇ ਚੁੱਕ ਲਿਆਏ। ਜਦੋਂ ਧੰਨੇ ਨੇ ਠਾਕਰ ਦੀ ਮੰਗ ਕੀਤੀ ਤਾਂ ਪੰਡਿਤ ਤਰਲੋਚਨ ਜੀ ਨੇ ਕਿਹਾ, ਧੰਨਿਆ, ਮੇਰੇ ਕੋਲ ਦੋ ਠਾਕਰ ਹਨ, ਇੱਕ ਵੱਡਾ ਤੇ ਇੱਕ ਛੋਟਾ, ਤੈਨੂੰ ਕਿਹੜਾ ਚਾਹੀਦਾ? ਧੰਨੇ ਨੇ ਛੇਤੀ ਨਾਲ ਕਿਹਾ, ਪੰਡਤ ਜੀ, ਮੈਨੂੰ ਤਾਂ ਵੱਡਾ ਠਾਕਰ ਜੀ ਚਾਹੀਦਾ। ਪੰਡਤ ਤਰਲੋਚਨ ਵੀ ਇਹੀ ਲੋੜਦਾ ਸੀ। ਹੁਣ ਠਾਕਰ ਦੀ ਪ੍ਰਾਪਤੀ ਕਰਕੇ ਭੋਲਾ ਪੁੱਤ ਧੰਨਾ ਬੇਹੱਦ ਖੁਸ਼ ਸੀ, ਜਿਵੇਂ ਉਹਨੂੰ ਦੁਨੀਆ ਦਾ ਅਨਮੋਲ ਖਜ਼ਾਨਾ ਮਿਲ ਗਿਆ ਹੋਵੇ। ਪੰਡਤ ਜੀ ਵਾਪਸ ਚਲੇ ਗਏ, ਪਰ ਧੰਨੇ ਦੇ ਕੋਮਲ ਦਿਲ ਤੇ ਇੱਕ ਅਜਿਹੀ ਛਾਪ, ਇੱਕ ਅਜਿਹਾ ਪ੍ਰਭਾਵ, ਇੰਪ੍ਰੈਸ਼ਨ, ਇਨਫਲੂਐਂਸ, ਫੀਲਿੰਗਸ ਛੱਡ ਗਏ, ਜਿਸ ਦਾ ਜਾਦੂਮਈ ਅਸਰ ਦਿਨੋਂ ਦਿਨ ਪੈਰੋਂ ਪੈਰ ਵੱਧਦਾ ਗਿਆ। ਦਰਅਸਲ ਐਕਚੁਅਲੀ ਪੰਡਤ ਤਰਲੋਚਨ ਜੀ ਤੋਂ ਗੱਭਰੂ ਧੰਨਾ ਜੀ ਦੇ ਕੋਰੇ ਕਾਗਜ਼ ਵਰਗੇ ਕੋਮਲ ਹਿਰਦੇ ਨੂੰ ਪਰਮਾਤਮਾ ਦੇ ਨਾਂ ਦੀ ਚੇਟਕ ਲਗਨ ਲਟਕ ਲੱਗ ਚੁੱਕੀ ਸੀ। ਸਿੱਖ ਚੈਨਲ ਦੇ ਪਿਆਰੇ ਦਰਸ਼ਕੋ, ਅਸੀਂ ਅਜ਼ਮਾਇਆ ਹੈ ਕਿ ਸੱਚੇ ਲੋਕਾਂ ਨੂੰ ਪ੍ਰਸ਼ੰਸਾ ਦੀ ਜ਼ਰੂਰਤ ਨਹੀਂ ਹੁੰਦੀ। ਸੱਚੇ ਲੋਕਾਂ ਨੂੰ ਪ੍ਰਸ਼ੰਸਾ ਦੀ ਜ਼ਰੂਰਤ ਨਹੀਂ ਹੁੰਦੀ ਤੇ ਨਾ ਹੀ ਅਸਲੀ ਫੁੱਲਾਂ ਨੂੰ ਪਰਫਿਊਮ ਲਾਉਣ ਦੀ ਲੋੜ ਹੁੰਦੀ ਹੈ। ਫਿਰ ਵੀ ਬਹੁਤੇ ਲੋਕ ਭਲੇ ਮਾਨਸ ਨੂੰ ਭਲਾ ਮਾਨਸ ਕਹਿਣ ਦੀ ਹਿੰਮਤ ਨਹੀਂ ਰੱਖਦੇ। ਆਓ ਗੁਰੂ ਗ੍ਰੰਥ ਸਾਹਿਬ ਦੇ ਪੰਨਾ 995 ਤੇ ਗੁਰੂ ਰਾਮਦਾਸ ਜੀ ਦਾ ਇੱਕ ਹੋਰ ਬਚਨ ਭਗਤ ਧੰਨਾ ਜੀ ਬਾਰੇ ਸੁਣੀਏ। ਮੇਰੇ ਮਨ ਨਾਮ ਜਪਤ ਤਰਿਆ, considering over the naam, one is saved, O my soul. ਧੰਨਾ ਜੱਟ ਬਾਲਮੀਕ ਬਟਵਾਰਾ, ਗੁਰਮੁਖ ਪਾਰ ਪਿਆ। ਧੰਨਾ the farmer and Balmik, the highway robber, were
emancipated by Guru's grace। ਆਓ ਗੁਰੂ ਗ੍ਰੰਥ ਸਾਹਿਬ ਦੇ ਪੰਨਾ 1192 ਤੇ ਗੁਰੂ ਅਰਜਨ ਦੇਵ ਜੀ ਦਾ ਇੱਕ ਹੋਰ ਕੀਮਤੀ ਬਚਨ ਭਗਤ ਧੰਨਾ ਜੀ ਬਾਰੇ ਸਰਵਣ ਕਰੀਏ। ਹਜ਼ੂਰ ਕਹਿੰਦੇ ਹਨ, ਧੰਨੇ ਸੇਵਿਆ ਬਾਲ ਬੁੱਧ ਤੁਰ ਲੋਚਨ ਗੁਰ ਮਿਲ ਭਈ ਸਿੱਧ। ਧੰਨਾ served God through the innocence of a child. Meeting with the Guru, Tarlochan attained perfection। ਹਾਂਜੀ ਭੈਣ ਜੀ, ਆ ਜਾਓ। ਹਾਂਜੀ ਭਾਜੀ, ਹਾਂਜੀ ਹਾਂਜੀ। ਸਭ ਤੋਂ ਪਹਿਲਾਂ ਸਾਰਿਆਂ ਨੂੰ ਫਤਿਹ ਪ੍ਰਵਾਨ ਕਰੀਏ ਆਪਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਂਜੀ, ਸੌਰੀ 2 ਵੀਕਾਂ ਆਪਾਂ ਨਹੀਂ ਆਏ, ਸੋ ਆਪ ਸਾਰਿਆਂ ਦਾ ਬਹੁਤ ਅਸੀਂ ਮਿਸ ਕੀਤਾ। ਸਾਰਿਆਂ ਨੂੰ ਆਸ ਕਰਦੇ ਹਾਂ ਕਿ ਆਪ ਸਾਰਿਆਂ ਨੇ ਵੀ ਸਾਨੂੰ ਸਾਰਿਆਂ ਨੂੰ ਮਿਸ ਕੀਤਾ ਹੋਏਗਾ। ਸੋ ਅੱਜ ਆਪਾਂ ਭਗਤ ਧੰਨਾ ਜੀ ਬਾਰੇ, ਜਿਹੜਾ ਕਿ ਭਾਜੀ ਉਹਨਾਂ ਨੇ ਦੱਸ ਦਿੱਤਾ ਹੈ, ਪਰ ਭਗਤ ਧੰਨਾ ਜੀ ਭਾਰਤ ਵਰਸ਼ ਵਿੱਚ ਭਗਤੀ ਲਹਿਰ ਦੇ ਵਿੱਚ ਆਪਣਾ ਯੋਗਦਾਨ ਪਾਉਣ ਵਾਲੇ ਭਗਤਾਂ ਵਿੱਚੋਂ ਇੱਕ ਸਨ। ਇਹਨਾਂ ਦਾ ਜਨਮ ਸਨ 1415 ਰਾਜਸਥਾਨ ਦੇ ਜ਼ਿਲ੍ਹਾ ਟਾਂਗ ਦਿਉੜੀ ਨੇੜੇ ਪਿੰਡ ਧੁਆਨ ਕਲਾ ਵਿੱਚ ਪਿਤਾ ਮਾਹੀ ਦੇ ਘਰ ਹੋਇਆ। ਇਹਨਾਂ ਦੇ ਪਿਤਾ ਇੱਕ ਮਾਮੂਲੀ ਜ਼ਿਮੀਂਦਾਰ ਸਨ। ਬਚਪਨ ਤੋਂ ਹੀ ਕਹਿੰਦੇ ਹਨ ਕਿ ਇਹਨਾਂ ਨੇ ਖੇਡਦਿਆਂ ਹੱਸਦਿਆਂ ਬਿਤਾਉਂਦਿਆਂ ਮਗਰੋਂ ਜਿਵੇਂ ਵੀ ਵੱਡੇ ਹੋਏ ਹੈ ਤਾਂ ਮਾਪਿਆਂ ਨੇ ਗਊ ਚਾਰਨ ਦਾ ਇਹਨਾਂ ਨੂੰ ਦੇ ਦਿੱਤਾ ਕਿ ਗਊ ਚਾਰੋ ਅਤੇ ਖੇਤੀਬਾੜੀ ਦਾ ਕੰਮ ਦਿੱਤਾ। ਧੰਨਾ ਜੀ ਜਿੱਧਰ ਗਊਆਂ ਚਾਰਨ ਜਾਇਆ ਕਰਦੇ ਸਨ, ਉੱਥੇ ਹੀ ਰਾਹ ਵਿੱਚ ਠਾਕਰ ਦੁਆਰਾ ਆਉਂਦਾ ਸੀ। ਪਿੰਡ ਦਾ ਪੰਡਤ ਹਰ ਰੋਜ਼ ਉਸ ਠਾਕਰ ਦੁਆਰੇ ਵਿੱਚ ਦੇਵੀ ਦੇਵਤਿਆਂ ਦੀਆਂ ਬਣੀਆਂ ਮੂਰਤੀਆਂ ਨੂੰ ਨਹਾਉਂਦੇ ਸਨ, ਘੰਟੀਆਂ ਖੜਕਾਉਂਦੇ ਸਨ ਅਤੇ ਉਹਨਾਂ ਦੀ ਪੂਜਾ ਕਰਦੇ ਸਨ, ਭੋਗ ਲਗਾਉਂਦੇ ਸਨ। ਇਹੀ ਪੂਜਾ ਅਰਚਾ ਉਸਦੀ ਰੋਜ਼ੀ ਰੋਟੀ ਦਾ ਵਸੀਲਾ ਸੀ। ਉਹ ਪੰਡਤ ਜੀ ਰੋਜ਼ੀ ਰੋਟੀ ਇੱਥੋਂ ਹੀ ਕਮਾਉਂਦਾ ਸੀ। ਸੋ ਇੱਕ ਦਿਨ ਧੰਨਾ ਜੀ ਨੇ ਪੰਡਤ ਬ੍ਰਹਮਣ ਜੀ ਤੋਂ ਪੂਜਾ ਕਰਨ ਦਾ ਕਾਰਨ ਪੁੱਛਿਆ। ਪੰਡਤ ਜੀ ਨੇ ਦੱਸਿਆ ਕਿ ਜੇ ਠਾਕਰ ਖੁਸ਼ ਹੋ ਜਾਣ ਤਾਂ ਜੋ ਮੰਗੀਏ ਉਹ ਸਭ ਕੁਝ ਦੇ ਦਿੰਦੇ ਹਨ। ਧੰਨੇ ਉਹਨਾਂ ਨੇ ਕਿਹਾ ਕਿ ਪੰਡਤ ਜੀ ਇੱਕ ਠਾਕਰ ਮੈਨੂੰ ਵੀ ਦੇ ਦਿਓ। ਪੰਡਤ ਜੀ ਕਹਿੰਦੇ ਕਿ ਇਹ ਤੇਰੇ ਕੋਲ ਪ੍ਰਸੰਨ ਨਹੀਂ ਹੋ ਸਕਦੇ। ਇੱਕ ਤਾਂ ਤੂੰ ਜੱਟ ਹੈ, ਘੱਟ ਅਕਲ ਵਾਲਾ ਹੈ, ਦੂਸਰਾ ਅਨਪੜ੍ਹ ਹੈ, ਤੀਜਾ ਠਾਕਰ ਜਿਹੜੇ ਹਨ ਉਹ ਮੰਦਰਾਂ ਤੋਂ ਬਗੈਰ ਕਿਤੇ ਪਸੰਦ ਨਹੀਂ ਹੁੰਦੇ। ਉਹਨਾਂ ਨੂੰ ਕਿਤੇ ਹੋਰ ਜਗ੍ਹਾ ਕੋਈ ਪਸੰਦ ਨਹੀਂ ਹੈਗੀ, ਮੰਦਰ ਵਿੱਚ ਕਰਦੇ ਹਨ। ਪਰ ਪੰਡਤ ਨੇ ਸੋਚਿਆ ਕਿਤੇ ਇਹ ਬਾਲਕ ਗੁੱਸੇ ਨਾ ਹੋ ਜਾਣ। ਉਸਨੇ ਮੰਦਰ ਵਿੱਚ ਪਿਆ, ਹਰ ਇੱਕ ਨੇ ਥੋੜਾ ਥੋੜਾ ਆਪਣਾ ਦੱਸਿਆ ਕਿਸ ਤਰ੍ਹਾਂ ਕਿ ਉਹਨਾਂ ਨੂੰ ਠਾਕਰ ਦਿੱਤਾ। ਕਹਿੰਦੇ ਹਨ ਕਿ ਉਹਨਾਂ ਨੇ ਮੰਦਰ ਵਿੱਚ ਪਿਆ ਇੱਕ ਟੁੱਟਾ ਫੁੱਟਾ ਪੱਥਰ ਧੰਨੇ ਨੂੰ ਦੇ ਦਿੱਤਾ ਤੇ ਪੂਜਾ ਕਰਨ ਦਾ ਤਰੀਕਾ ਵੀ ਦੱਸ ਦਿੱਤਾ, ਸਾਰਾ ਕੁਝ ਸਮਝਾ ਦਿੱਤਾ। ਚਾਦਰ ਵਿੱਚ ਲਪੇਟ ਕੇ ਨਾ ਧੰਨਾ ਜੀ ਠਾਕਰ ਸਮਝ ਕੇ ਉਹਨਾਂ ਨੂੰ ਆਪਣੇ ਘਰ ਲੈ ਆਏ। ਕਹਿੰਦੇ ਹਨ ਕਿ ਇਹ ਪੰਡਤ ਜਿਨ੍ਹਾਂ ਦਾ ਨਾਮ ਤਰਲੋਚਨ ਜੀ ਦੱਸਦੇ ਹਨ, ਉਹਨਾਂ ਨੇ ਧੰਨਾ ਜੀ ਤੋਂ ਇਹ ਭੇਟਾ ਵੀ ਮੰਗੀ। ਧੰਨਾ ਜੀ ਨੇ ਸਜਰੀ ਸੂਈ ਹੋਈ ਗਊ ਜਿਹੜੀ ਉਹਨਾਂ ਦੇ ਤਰਲੋਚਨ ਜੀ ਨੂੰ ਦਿੱਤੀ। ਧੰਨਾ ਜੀ ਨੂੰ ਇਹ ਠਾਕਰ ਲੈ ਕੇ ਨਾ ਬਹੁਤ ਖੁਸ਼ੀ ਹੋਈ। ਪਰ ਪੰਡਤ ਜੀ ਸਨ ਜਿਹੜੇ ਕਿ ਇਹ ਇੱਕ ਟੁੱਟਾ ਜਿਹਾ ਪੱਥਰ ਦੇ ਕੇ ਧੰਨਾ ਜੀ ਨੂੰ ਜਿਵੇਂ ਗਲੋਂ ਲਾ ਦਿੱਤਾ ਉਹਨਾਂ ਨੇ। ਪੰਡਤ ਜੀ ਆਪ ਅੱਛੇ ਕਥਾਕਾਰ ਸੀ, ਸੱਚੇ ਪ੍ਰੇਮ ਦੇ ਸਿਦਕ ਦੀਆਂ ਸਾਖੀਆਂ ਸੁਣਾਉਂਦੇ ਸਨ, ਪਰ ਉਹਨਾਂ ਦੇ ਆਪਣੇ ਹਿਰਦੇ ਵਿੱਚ ਲੋਭ, ਲਾਲਚ ਅਤੇ ਢਿੱਡ ਭਰਨ ਦਾ ਇੱਛਾ ਹੁੰਦੀ ਸੀ ਉਹਨਾਂ ਦੀ। ਇਸ ਕਰਕੇ ਪ੍ਰਭੂ ਦੀ ਪ੍ਰੀਤ ਤੋਂ ਮਨ ਸਖਣਾ ਸੀ। ਉਹਨਾਂ ਦਾ ਮਨ ਅੰਮ੍ਰਿਤ ਰਸ ਤੋਂ ਖਾਲੀ ਸੀ। ਬਸ ਸਭ ਨੂੰ ਕਹਿੰਦੇ ਸਨ ਕਿ ਠਾਕਰਾਂ ਦੀ ਪੂਜਾ ਕਰਨ ਨਾਲ ਸਾਰਾ ਕੁਝ ਮਿਲ ਜਾਂਦਾ ਹੈ, ਕੋਈ ਘਾਟ ਨਹੀਂ ਰਹਿੰਦੀ। ਪਰ ਧੰਨਾ ਜੀ ਦਾ ਮਨ ਬਹੁਤ ਨਿਰਮਲ ਸੀ। ਇਸੇ ਕਰਕੇ ਪੰਡਤ ਜੀ ਕੋਲ ਉਹਨਾਂ ਨੇ ਕੀ ਠਾਕਰ ਦੀ ਮੰਗ ਕੀਤੀ। ਕਹਿੰਦੇ ਹਨ ਕਿ ਬ੍ਰਾਹਮਣ ਪੂਜੈ ਦੇਵਤੇ ਧੰਨਾ ਗਊ ਚਰਾਵਣ ਆਵੇ। ਧੰਨੇ ਡਿਠਾ ਚਲਤ ਇਹ ਪੁੱਛੇ ਬ੍ਰਾਹਮਣ ਆਖ ਸੁਣਾਵੇ। ਠਾਕਰ ਕੀ ਸੇਵਾ ਕਰੇ ਜੋ ਇੱਛੇ ਸੋਈ ਫਲ ਪਾਵੇ। ਧੰਨਾ ਕਰਦਾ ਜੋਦੜੀ ਮੈਂ ਵੀ ਦੇ ਇੱਕ ਜੇ ਤੁਧ ਪਾਵੇ। ਪੱਥਰ ਇੱਕ ਲਪੇਟ ਕਰ ਦੇ ਧੰਨੇ ਨੂੰ ਗੈਲ ਛੁਡਾਵੇ। ਠਾਕਰ ਨੂੰ ਨਵਾਇਲ ਕੇ ਛੱਡ ਰੋਟੀ ਛਾਹੇ ਰੋਟੀ ਲੈ ਭੋਗ ਚੜਾਵੇ। ਹੱਥ ਜੋੜ ਮਿੰਨਤਾਂ ਕਰੇ ਪੈਰੀ ਪੈ ਬਹੁਤ ਮਨਾਵੇ। ਹੋਂ ਵੀ ਮੋਨਾ ਜੁਠਾਲ ਸਾਂ
ਤੂੰ ਰੁੱਠਾ ਮੈਂ ਕਿਉਂ ਨਾ ਸੁਖਾਵੇ, ਗੁਸਾਈ ਪਰਥਕ ਹੋਏ ਰੋਟੀ ਖਾਏ ਛਾਏ ਮੋਹ ਲਾਵੇ, ਭੋਲਾ ਪਾਓ ਗੋਬਿੰਦ ਮਿਲਾਵੇ। ਕਹਿੰਦੇ ਹਨ ਭੋਲਾ ਵਾਹ ਪਾਓ। ਹਾਂਜੀ, ਬ੍ਰਾਹਮਣ ਤੋਂ ਮੰਗਿਆ ਸੀ ਉਹਨਾਂ ਨੇ, ਪੱਥਰ ਦੇ ਦਿੱਤਾ, ਪਰ ਕਹਿੰਦਾ ਸੀ ਇਸ ਤੋਂ ਧੰਨੇ ਨੇ ਗੇਲ ਛੁਡਾਵੇ, ਕਹਿੰਦਾ ਕਿ ਇਸ ਤੋਂ ਗੱਲ ਲਾ ਦੇ ਨਾ ਪੱਥਰ ਦੇ ਦਿਆਂ। ਪਰ ਧੰਨਾ ਜੀ ਨੇ ਉਸ ਪੱਥਰ ਠਾਕਰ ਦੀ ਕੈਸੀ ਪੂਜਾ ਕੀਤੀ। ਕਹਿੰਦੇ ਇਹ ਬਿਦ ਸੁਣ ਕੇ ਜਾਟ ਟਰੋ ਉੱਠ ਭਗਤੀ ਲੱਗਾ, ਮਿਲੇ ਪਤਕ ਗਸਾਈਆਂ ਤੰਨਾ ਵਡ ਭਾਗਾ। ਤੰਨੇ ਵਡ ਭਾਗੇ ਉਹਨਾਂ ਨੇ ਕਿਸ ਤਰ੍ਹਾਂ ਭਗਤੀ ਕੀਤੀ। ਕਹਿੰਦੇ ਹਨ ਕਿ ਇੱਕ ਤੁਹਾਡੀ ਰੁਪਈ ਭਾਜੀ ਲਈ ਆ 7000 ਰੁਪਈਆਂ ਚੋਂ, ਤੰਨਾ ਭਗਤ ਪਿੰਡ ਤਵਾਨ ਰੱਬ ਉਸ ਦੀ ਯਾਦ ਵਿੱਚ ਵਸਿਆ। ਤੰਨਾ ਭਗਤ ਪਿੰਡ ਤਵਾਨ ਰੱਬ ਉਸ ਦੀ ਯਾਦ ਵਿੱਚ ਵਸਿਆ, ਕਾਂਸੀ ਤੇ ਰਾਮਾ ਨੰਦ ਦਾ ਚੇਲਾ, ਖੁਮਾਰੀ ਦੇਖ ਗੁਰੂ ਵੀ ਹੱਸਿਆ। ਗੁਰੂ ਗ੍ਰੰਥ ਸਾਹਿਬ ਵਿੱਚ ਸ਼ਬਦ, ਗੁਰੂ ਗ੍ਰੰਥ ਵਿੱਚ ਸਾਹਿਬ ਵਿੱਚ ਸ਼ਬਦ, ਗੁਰੂ ਗ੍ਰੰਥ ਸਾਹਿਬ ਵਿੱਚ ਸ਼ਬਦ, ਗਾਡੀ ਰਾਹ ਸੰਤ ਨੇ ਦੱਸਿਆ, ਮਿਲੇ ਪ੍ਰਤੱਖ ਗੁਸਾਈਆਂ ਜ਼ਖਮੀ, ਉੱਡੀ ਅਗਿਆਨ ਦੀ ਮੱਸਿਆ। ਉੱਡੀ ਅਗਿਆਨ ਦੀ ਮੱਸਿਆ। ਇਹ ਜੋ ਧੰਨਾ ਜੀ ਹੁਣਾਂ ਦੇ ਕਹਿੰਦੇ ਹਨ ਕਿ ਜਦੋਂ ਉਹ ਠਾਕਰ ਨੂੰ ਲਪੇਟ ਕੇ ਘਰ ਲੈ ਕੇ ਆਏ, ਸਵੇਰੇ ਉੱਠ ਕੇ ਆਪ ਇਸ਼ਨਾਨ ਕੀਤਾ, ਫਿਰ ਠਾਕਰ ਜੀ ਨੂੰ ਕਰਾਇਆ। ਇਸੇ ਤਰ੍ਹਾਂ ਕਈ ਸਮਾਂ ਬੀਤ ਗਿਆ। ਫਿਰ ਕੁਝ ਚਿਰ ਭਗਤੀ ਭਾਵ ਨਾਲ ਠਾਕਰ ਅੱਗੇ ਬੈਠੇ ਹਨ। ਯਾਦ ਵਿੱਚ ਰੋਟੀ ਤਿਆਰ ਕੀਤੀ ਹੈ, ਸਾਗ ਰੋਟੀ ਲੱਸੀ ਸਭ ਤਿਆਰ ਕੀਤਾ ਹੈ, ਅੱਗੇ ਰੱਖਿਆ ਹੈ ਅਤੇ ਬੇਨਤੀ ਕੀਤੀ ਹੈ ਕਿ ਠਾਕਰ ਜੀ ਆਓ ਭੋਜਨ ਛਕੋ, ਭੋਗ ਲਗਾਓ। ਕਹਿੰਦੇ ਹਨ ਕਿ ਧੰਨੇ ਦੇ ਬਾਰ-ਬਾਰ ਮਿੰਨਤਾਂ ਕਰਨ ਤੇ ਵੀ ਠਾਕਰ ਨੇ ਪ੍ਰਸ਼ਾਦਾ ਨਹੀਂ ਛਕਿਆ, ਤਾਂ ਧੰਨੇ ਹੁਣਾਂ ਨੇ ਕਿਹਾ ਕਿ ਜੇਕਰ ਆਪ ਨਹੀਂ ਛਕੋਗੇ ਤਾਂ ਮੈਂ ਵੀ ਕੁਝ ਨਹੀਂ ਛਕਾਂਗਾ, ਭੁੱਖਾ ਹੀ ਮਰ ਜਾਵਾਂਗਾ। ਪਰਮਾਤਮਾ ਦੀ ਸੋਚਾਂ ਵਿੱਚ ਪੈ ਗਿਆ, ਪਰਮਾਤਮਾ ਵੀ ਸੋਚਾਂ ਵਿੱਚ ਪੈ ਗਿਆ। ਧੰਨੇ ਜੀ ਦੀ ਆਤਮਾ ਨਿਰਮਲ ਹੈ, ਉਸ ਵਿੱਚ ਕੋਈ ਵਲ ਛਲ ਨਹੀਂ ਜਾਣਦਾ। ਮੈਂ ਸੱਚਮੁੱਚ ਭੁੱਖਾ ਹੀ ਮਰ ਜਾਵੇਗਾ। ਇਹ ਪਵਿੱਤਰ ਆਤਮਾ ਲਈ ਭਗਵਾਨ ਨੂੰ ਪੱਥਰ ਵਿੱਚੋਂ ਪ੍ਰਗਟ ਹੋਣਾ ਪਿਆ। ਪ੍ਰੇਮ ਦੇ ਬੰਦੇ ਹੋਏ ਭਗਵਾਨ ਕਹਿੰਦੇ ਹਨ, ਸਾਚ ਕਹੋ ਸੁਨ ਰਹੋ ਸਭੇ, ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ। ਜਿਨ੍ਹਾਂ ਨੇ ਪ੍ਰਭੂ ਨਾਲ ਪ੍ਰੇਮ ਕੀਤਾ ਹੈ, ਪਰਮਾਤਮਾ ਉਸਦੀ ਰੱਖਿਆ ਕਰਦਾ ਹੈ। ਰੱਖਿਆ ਕਰਨੀ ਹੈ ਪਰਮਾਤਮਾ ਨੇ ਕਰਦੇ। ਕਹਿੰਦੇ ਹਨ ਕਿ ਇੱਕ ਹੋਰ ਬਈ ਤੁਹਾਡੀ ਭਾਜੀ ਇੱਥੇ ਮੈਨੂੰ ਯਾਦ ਆਈ ਹੈ, ਮੈਂ ਲਿਖਿਆ ਸਨ ਥੋੜੀਆਂ। ਕਹਿੰਦੇ ਹਨ, ਭਗਤਾਂ ਦੀ ਸਦਾ ਤੂੰ ਰੱਖਦਾ, ਭਗਤਾਂ ਦੀ ਸਦਾ ਤੂੰ ਰੱਖਦਾ, ਰੱਖਣ ਹਾਰ ਸੱਚਾ ਦਰਬਾਰ, ਭਗਤਹੀਨ ਕਾਹੇ ਜਗ ਆਇਆ, ਇੱਥੇ ਉੱਥੇ ਸਦਾ ਖੁਆਰ, ਭਗਤ ਤੇਰੇ ਮਨ ਭਾਉਂਦੇ, ਭਗਤ ਤੇਰੇ ਮਨ ਭਾਉਂਦੇ, ਜਿਹੜੇ ਸੱਚੜੇ ਰੱਬ ਦੇ ਯਾਰ, ਭਗਤੀ ਡਾਢੀ ਔਖੀ ਜ਼ਖਮੀ, ਭਗਤੀ ਡਾਢੀ ਔਖੀ ਜ਼ਖਮੀ, ਵੇਲੇ ਵੇਲੇ ਸ਼ਬਦ ਵਿਚਾਰ। ਇਹ ਭਗਤੀ ਕਰਨੀ ਸੌਖੀ ਨਹੀਂ, ਗੁਰੂ ਨੂੰ ਪਾਉਣਾ ਸੌਖਾ ਨਹੀਂ। ਗੁਰੂ ਨਾਲ ਪ੍ਰੇਮ ਪਿਆਰ, ਜਿਸ ਤਰ੍ਹਾਂ ਕਹਿੰਦੇ ਆ, ਸਾਚ ਕਹੋ ਸੁਨ ਰਹੋ ਸਭੇ, ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ। ਕਹਿੰਦੇ ਹਨ ਕਿ ਹਾਂਜੀ, ਇਸ ਤਰ੍ਹਾਂ ਪ੍ਰੇਮ ਪਿਆਰ ਦੇ ਕੇ ਭਗਤ ਜੀ ਨੇ ਧੰਨਾ ਜੀ ਨੂੰ ਗੱਲ ਨਾਲ ਲਾਇਆ, ਪ੍ਰੇਮ ਵਿੱਚ ਆ ਕੇ ਭੋਜਨ ਛਕਿਆ, ਧੰਨਾ ਜੀ ਦੇ ਮੂੰਹ ਵਿੱਚ ਵੀ ਭੋਜਨ ਪਾਇਆ। ਇਸ ਪ੍ਰੇਮ ਦੇਸ਼ ਨੂੰ ਤੱਕ ਕੇ ਦੇਵਤਿਆਂ ਨੇ ਵੀ ਕਹਿੰਦੇ ਹਨ ਕਿ ਫੁੱਲਾਂ ਦੀ ਵਰਖਾ ਕੀਤੀ। ਧੰਨਾ ਜੀ ਦੇ ਅੰਦਰ ਖੁਸ਼ੀ ਦੀ ਲਹਿਰ ਫੈਲ ਗਈ, ਮਨ ਗਦ ਹੋ ਗਿਆ। ਧੰਨਾ ਜੀ ਨੂੰ ਸਭ ਪਦਾਰਥਾਂ ਦੀ ਪ੍ਰਾਪਤੀ ਹੋ ਗਈ, ਘਰ ਵਿੱਚ ਕਿਸੇ ਵੀ ਚੀਜ਼ ਦੀ ਕਮੀ ਨਹੀਂ ਰਹੀ। ਭਗਵਾਨ ਜੀ ਆਪ ਧੰਨਾ ਜੀ ਦੀ ਖੇਤੀਬਾੜੀ ਕਰਦੇ। ਧੰਨਾ ਜੀ ਨੇ ਪੱਥਰ ਦੀ ਮੂਰਤੀ ਨੂੰ ਸਰਬ ਵਿਆਪਕ ਸਮਝ ਕੇ ਐਸੀ ਅਵਸਥਾ ਵਿੱਚ ਪੁੱਜ ਕੇ ਤੇ ਪ੍ਰਭੂ ਜੀ ਦੀ ਪ੍ਰਤੱਖ ਦਰਸ਼ਨ ਕੀਤੇ ਹਨ। ਇਸ ਨੂੰ ਪ੍ਰੇਮਾ ਭਗਤੀ ਵਾਲੇ ਹੀ ਜਾਣ ਸਕਦੇ ਹਨ, ਹਿਰਦੇ ਵਾਲੇ ਹੀ ਜਾਣ ਸਕਦੇ ਹਨ, ਕਿਉਂਕਿ ਪ੍ਰੇਮ ਦੀ ਭਗਤੀ ਕੀਤੀਆਂ ਪ੍ਰਭੂ ਨੂੰ ਪਾ ਲਿਆ ਉਹਨਾਂ ਨੇ। ਕਹਿੰਦੇ ਹਨ ਕਿ ਪ੍ਰਭੂ ਨੂੰ ਕੈਸੇ ਪਾਇਆ ਉਹਨਾਂ ਨੇ। ਕਹਿੰਦੇ ਭਗਤ ਧੰਨਾ ਜੀ ਲਿਖਦੇ ਹਨ ਕਿ ਜਿਹੜੇ ਵੀ ਪ੍ਰਭੂ ਨੂੰ ਯਾਦ ਕਰਦੇ, ਜਿਹੜੇ ਵੀ ਪ੍ਰਭੂ ਨੂੰ ਯਾਦ ਕਰਦੇ, ਕਾਰਜ ਉਹਨਾਂ ਦੇ ਆਪ ਰਾਸ ਕਰਦਾ। ਉਹਦੇ ਮਨ ਦੀ ਹੁੰਦੀ ਮੁਰਾਦ ਪੂਰੀ, ਉਹਦੇ ਮਨ ਦੀ ਹੁੰਦੀ ਮੁਰਾਦ ਪੂਰੀ, ਸੱਚੇ ਦਿਲੋਂ ਹੈ ਜਿਹੜਾ ਅਰਦਾਸ ਕਰਦਾ। ਦੇ ਦਾਤਾ ਭਾਵੇਂ ਦੁਨਿਆਵੀ ਹੀ ਮੰਗ ਲਈਏ, ਜੇ ਦਾਤਾ ਭਾਵੇਂ ਦੁਨਿਆਈ ਮੰਗ ਲਈਏ, ਦਾਤਾ ਕਦੇ ਵੀ ਨਿਰਾਸ਼ ਨਹੀਂ ਕਰਦਾ ਤੇ ਉਹਦਾ ਦਿਲ ਤਾਂ ਕਦੇ ਵੀ ਤੋੜਦਾ ਨਹੀਂ। ਉਹਦਾ ਦਿਲ ਤਾਂ ਉਹ ਕਦੇ ਤੋੜਦਾ ਨਹੀਂ, ਜਿਹੜਾ ਸਿਦਕ ਭਰੋਸਾ ਤੇ ਵਿਸ਼ਵਾਸ ਕਰਦਾ, ਜਿਹੜਾ ਸਿਦਕ ਭਰੋਸਾ ਤੇ ਵਿਸ਼ਵਾਸ ਕਰਦਾ। ਹਾਂਜੀ ਭਾਜੀ।
ਆਓ ਜੀ, ਆਓ ਜੀ ਵਾਹ ਭਾਈ ਜੀ ਜੀ। ਵਾਹ, ਵਾਹ ਜੀ ਵਾਹ, ਵਾਹ ਜੀ ਵਾਹ। ਸਿੱਖ ਚੈਨਲ ਦੇ ਪਿਆਰੇ ਦਰਸ਼ਕੋ, ਅੱਜ ਅਸੀਂ ਭਗਤ ਧੰਨਾ ਜੀ ਦੀ ਜੀਵਨ ਕਹਾਣੀ, ਬਿਰਤਾਂਤ, ਉਹਨਾਂ ਦੀ ਜ਼ਿੰਦਗੀ ਦਾ ਸਫ਼ਰ, ਉਹਦੇ ਤੇ ਗੱਲ ਕਰ ਰਹੇ ਹਾਂ। ਗੱਲ ਚੱਲ ਰਹੀ ਸੀਗੀ, ਹੁਣ ਧੰਨਾ ਹਰ ਰੋਜ਼ ਪ੍ਰੇਮ ਭਾਵ ਨਾਲ ਸਰੂਰ ਵਿੱਚ, ਮਸਤੀ ਵਿੱਚ ਠਾਕੁਰ ਜੀ ਦੀ ਸੇਵਾ ਕਰਦਾ। ਗਾਈਆਂ ਚਰਾਉਣ ਜਾਣ ਵੇਲੇ ਠਾਕੁਰ ਜੀ ਨੂੰ ਆਪਣੇ ਨਾਲ ਹੀ ਲੈ ਜਾਂਦਾ। ਮਾਤਾ ਰੀਵਾ ਜੀ ਨੇ ਅੱਜ ਬਾਜਰੇ ਦੀ ਮੋਟੀ ਠੁੱਲੀ ਰੋਟੀ, ਸਰੋਂ ਦਾ ਸਾਗ, ਮੱਖਣ ਪਾ ਕੇ ਧੰਨੇ ਦੇ ਪੱਲੇ ਨਾਲ ਬੰਨ੍ਹ ਦਿੱਤਾ। ਜਦੋਂ ਸਿਖਰ ਦੁਪਹਿਰਾ ਹੋਇਆ, ਕੜਾਕੇ ਦੀ ਭੁੱਖ ਚਮਕੀ, ਤਾਂ ਧੰਨੇ ਨੇ ਪੱਲੇ ਬੱਧੀ ਰੋਟੀ ਖੋਲ ਕੇ ਸਾਫੇ ਦੇ ਉੱਪਰ ਐਨ ਸਵਾਰ ਕੇ ਪਰੋਸੀ। ਫਿਰ ਤਰਲੋਚਨ ਜੀ ਦੀ ਰਿਸੇ ਠਾਕੁਰ ਜੀ ਦੀ ਨਾਮ ਖੁਮਾਰੀ ਵਿੱਚ ਮਸਤ ਮਖਮੂਰ ਭੋਗ ਲਵਾਉਣ ਵਾਸਤੇ ਹੱਥ ਜੋੜ ਕੇ ਬੇਨਤੀ ਕੀਤੀ। ਕਹਿਣ ਲੱਗੇ, ਠਾਕੁਰ ਜੀ, ਪਹਿਲਾਂ ਤੁਸੀਂ ਭੋਗ ਲਾਓ, ਫਿਰ ਮੈਂ ਖਾਵਾਂਗਾ। ਜਦੋਂ ਧੰਨੇ ਨੂੰ ਪੱਕਾ ਯਕੀਨ ਹੋ ਗਿਆ ਕਿ ਠਾਕੁਰ ਜੀ ਨੂੰ ਭੋਗ ਨਹੀਂ ਲੱਗਾ, ਤਾਂ ਉਹਨੇ ਵੀ ਹਿਰਖ ਦੇ ਮਾਰੇ ਰੋਟੀ ਨਹੀਂ ਖਾਧੀ ਤੇ ਤਕਾਲਾ ਨੂੰ ਉਹ ਰੋਟੀ ਗਾਂ ਨੂੰ ਖਵਾ ਦਿੱਤੀ। 3 ਦਿਨ ਇਵੇਂ ਹੀ ਹੋਇਆ। ਇਹ ਕੋਈ ਮਾਮੂਲੀ ਗੱਲ ਨਹੀਂ ਸੀ। ਧੰਨਾ ਦੁਖੀ ਸੀ, ਉਹ ਗਮ ਵਿੱਚ ਸੀ। ਦੁੱਖ ਤੇ ਸੁੱਖ ਜ਼ਿੰਦਗੀ ਦਾ ਹਿੱਸਾ ਹਨ। ਕਾਂਟੋਂ में गुजार देता है गुलाब सारी जिंदगी अपनी। कांटों में गुजार देता है गुलाब सारी जिंदगी अपनी। कौन कहता है फूलों की जिंदगी में गम नहीं होते। कांटों में गुजार देता है गुलाब सारी जिंदगी अपनी। कौन कहता है फूलों की जिंदगी में गम नहीं होते। ਨਾ ਠਾਕਰ ਜੀ ਭੋਗ ਲਾਵੇ ਤੇ ਨਾ ਹੀ ਧੰਨਾ ਖਾਵੇ। ਪਰ ਦੂਜੇ ਪਾਸੇ ਧੰਨਾ ਬੜਾ ਸਿਦਕਵਾਨ ਸੀ, ਮਾਯੂਸ ਨਹੀਂ ਹੋਇਆ, ਨਿਰਾਸ਼ ਨਹੀਂ ਹੋਇਆ। ਚੌਥੇ ਦਿਨ ਜਦੋਂ ਮਾਂ ਰੀਵਾ ਜੀ ਖੂਹ ਤੇ ਰੋਟੀ ਲਿਆਈ, ਤਾਂ ਭੋਲੇ ਭਗਤ ਬੱਚੇ ਵਾਂਗ ਮਾਸੂਮ ਧੰਨੇ ਨੇ ਰੋ ਰੋ ਕੇ ਅਰਦਾਸ ਬੇਨਤੀ ਕੀਤੀ ਤੇ ਪ੍ਰਗਟ ਹੋ ਕੇ ਪ੍ਰੀਤ ਦੀ ਰੀਤ ਦੇਖ ਕੇ, ਭੋਲੇ ਦਿਲ ਨਾਲ ਤਰਲੇ ਤੇ ਗਿੜਗੜਾਉਣਾ ਦੇਖ ਕੇ ਪਰਮਾਤਮਾ ਨੇ ਉਹਦੀ ਬੇਨਤੀ ਸੁਣੀ ਤੇ ਪ੍ਰਗਟ ਹੋ ਕੇ ਬੜੇ ਚਾਅ ਨਾਲ, ਬੜੇ ਉਮਾਹ ਨਾਲ ਰੋਟੀ ਖਾਣ ਲੱਗੇ। ਬਈ ਵਾਹ, ਇਉਂ ਲੱਗਦਾ ਸੀ ਅੱਜ ਤਾਂ ਫਕੀਰ ਦੇ ਘਰ ਬਾਦਸ਼ਾਹ ਆ ਗਏ। ਜਦੋਂ ਭਗਵਾਨ ਨੇ 2 ਰੋਟੀਆਂ ਖਾ ਲਈਆਂ, ਤਾਂ ਧੰਨਾ ਹੱਥ ਫੜ ਕੇ ਬੋਲਿਆ, ਮਹਾਰਾਜ, ਮੈਂ ਵੀ 3 ਦਿਨਾਂ ਦਾ ਭੁੱਖਾ, ਇਹ 2 ਰੋਟੀਆਂ ਮੇਰੇ ਹਿੱਸੇ ਦੀਆਂ। ਫਿਰ ਨਿਤਨੇਮ ਬਣ ਗਿਆ। ਧੰਨਾ ਭਗਤ ਹਰ ਰੋਜ਼ ਰੱਬ ਜੀ ਨੂੰ ਰੋਟੀ ਖਵਾ ਕੇ ਫਿਰ ਆਪ ਖਾਂਦਾ ਸੀ। ਇੱਕ ਦਿਨ ਠਾਕਰ ਜੀ ਨੇ ਕਿਹਾ, ਧੰਨਿਆ, ਮੈਂ ਮੁਫਤ ਵਿੱਚ ਤੇਰੀ ਰੋਟੀ ਨਹੀਂ ਖਾਣੀ, ਕੋਈ ਕੰਮ ਵੀ ਦੱਸ। ਧੰਨੇ ਦੇ ਕਹਿਣ ਤੇ ਠਾਕੁਰ ਜੀ ਨੇ ਗਊਆਂ ਚਰਾਉਣ ਦੀ ਸੇਵਾ ਲੈ ਲਈ। ਇੱਕ ਦਿਨ ਧੰਨੇ ਨੇ ਭੋਲੇ ਭਾਅ ਪੁੱਛਿਆ, ਮਹਾਰਾਜ, ਤੁਸੀਂ ਗੱਲਾਂ ਤਾਂ ਹਰ ਰੋਜ਼ ਮੇਰੇ ਨਾਲ ਕਰਦੇ ਹੋ, ਪਰ ਮੈਨੂੰ ਕਦੇ ਆਪਣੇ ਅੰਗ ਨਾਲ, ਆਪਣੇ ਸੀਨੇ ਨਾਲ ਨਹੀਂ ਲਾਇਆ। ਠਾਕੁਰ ਜੀ ਨੇ ਮੁਸਕਰਾ ਕੇ ਜਵਾਬ ਦਿੱਤਾ, ਭੋਲਿਆ ਧੰਨਿਆ, ਕਿਉਂਕਿ ਤੂੰ ਹਾਲੇ ਗੁਰੂ ਧਾਰਨ ਨਹੀਂ ਕੀਤਾ। ਭੋਲੇ ਧੰਨੇ ਦੇ ਦਿਲ ਤੇ ਕਰਾਰੀ ਚੋਟ ਲੱਗੀ ਸੀ। ਕਦੇ ਦਿਲ ਤੇ ਅਚਾਨਕ ਲੱਗੀ ਚੋਟ ਨੂੰ ਠੀਕ ਹੋਣ ਵਾਸਤੇ ਵਕਤ ਤਾਂ ਲੱਗਦਾ ਹੈ ਨਾ। ਸਮਾਂ ਪਾ ਕੇ ਧੰਨਾ ਜੀ ਨੇ ਕਾਸ਼ੀ ਦੇ ਮਸ਼ਹੂਰ ਮਹਾਤਮਾ ਸੰਤ ਰਾਮਾਨੰਦ ਜੀ ਨੂੰ ਗੁਰੂ ਧਾਰਨ ਕੀਤਾ। ਹੁਣ ਧੰਨਾ ਜੀ ਦੀ ਉਮਰ 16 ਸਾਲ ਸੀ। ਕੁਝ ਸਮਾਂ ਗੁਰੂ ਰਾਮਾਨੰਦ ਜੀ ਦੀ ਸ਼ਰਨ ਵਿੱਚ ਆਸ਼ਰਮ ਵਿੱਚ ਰਹੇ ਤੇ ਰਾਮਾਨੰਦ ਜੀ ਦੀ ਤਨੋ ਮਨੋ ਰੱਜ ਕੇ ਸੇਵਾ ਕੀਤੀ। ਸੰਤ ਰਾਮਾਨੰਦ ਜੀ ਇਹ ਮਹਿਸੂਸ ਕਰਕੇ ਬੇਹੱਦ ਖੁਸ਼ ਹੋਏ ਕਿ ਇਹ ਬੱਚਾ ਤਾਂ ਦਿਲ ਦਾ ਹੀਰਾ ਹੈ। ਇੱਕ ਦਿਨ ਧੰਨਾ ਜੀ ਨੂੰ ਬੁਲਾਇਆ ਤੇ ਮੁਖਾਤਿਬ ਹੋ ਕੇ ਕਿਹਾ, ਧੰਨਿਆ, ਤੇਰੀ ਮੁਕੱਦਸ ਸਾਧਨਾ ਮੁਕੰਮਲ ਹੋ ਗਈ ਹੈ। ਹੁਣ ਵਾਪਸ ਪਿੰਡ ਧੁਆਨ ਜਾਓ ਤੇ ਹੋਰਨਾਂ ਨੂੰ ਵੀ ਪਰਮਾਤਮਾ ਦੀ ਬੰਦਗੀ ਵੱਲ ਪ੍ਰੇਰਿਤ ਕਰੋ। ਤੇਰੇ ਨਾਲ ਹੋਰਨਾਂ ਦਾ ਵੀ ਉਧਾਰ ਹੋ ਜਾਵੇਗਾ। ਕਦੇ ਗੁਰੂ ਦੀ ਇੱਕ ਨਜ਼ਰ ਵੀ ਬਹੁਤ ਕੁਝ ਸਮਝਾ ਦਿੰਦੀ ਹੈ। ਹਰ ਪਾਸੇ ਤੋਂ ਖੁਸ਼ੀ ਦੀਆਂ ਖਬਰਾਂ, ਧੰਨਾ ਭਗਤ ਭਲਾ ਸਦਾਵੇ।
ਕਿਸਮਤ ਦੇ ਦਰਵਾਜ਼ੇ ਖੁੱਲਦੇ ਜਦ ਸਤਿਗੁਰ ਭਾਗ ਲਗਾਵੇ। 9 ਨਿਧਾਂ ਤੇ 18 ਸਿੱਧਾਂ, ਕਿਸੇ ਚੀਜ਼ ਦੀ ਤੋਟ ਨਾ ਆਵੇ। ਮਾਲਕ ਰਾਜ਼ੀ ਤੇ ਸੱਤੇ ਖੈਰਾਂ, ਜ਼ਖਮੀ ਦਿਲ ਦੀਆਂ ਸੱਚ ਸੁਣਾਵੇ। ਵਾਪਸ ਆ ਕੇ ਧੰਨਾ ਜੀ ਖੇਤੀਬਾੜੀ ਵਿੱਚ ਹੱਥ ਵਟਾਉਣ ਲੱਗੇ, ਜਿੱਥੇ ਉਹਨਾਂ ਦੇ ਮਾਤਾ ਪਿਤਾ ਆਪਣੇ ਇਕਲੌਤੇ ਤੇ ਲਾਡਲੇ ਬੇਟੇ ਵਾਸਤੇ ਮੁੰਤਜ਼ਿਰ ਸਨ, ਮੁਤਲਾਸ਼ੀ ਸਨ। ਇਉਂ ਪਰਿਵਾਰਕ ਜੀਵਨ ਹੋਰ ਵੀ ਖੁਸ਼ਹਾਲ ਹੋ ਗਿਆ, ਕਿਉਂਕਿ ਪੰਡਿਤ ਤ੍ਰਿਲੋਚਨ ਜੀ ਤੋਂ ਨੌਜਵਾਨ ਧੰਨਾ ਜੀ ਨੂੰ ਪਰਮਾਤਮਾ ਦੇ ਨਾਂ ਦੀ ਚੇਟਕ ਲਗਨ ਲਟਕ ਲੱਗੀ ਸੀ। ਇਸ ਕਰਕੇ ਉਹਨਾਂ ਦੇ ਨਾਲ ਪਿਆਰ, ਸਨੇਹ ਤੇ ਸਾਂਝ ਬਣੀ ਰਹੀ ਤੇ ਵਿਚਾਰ ਵਟਾਂਦਰਾ, ਤਨਕੀਦ, ਰਵੇੜਾ, ਗਿਆਨ ਚਰਚਾ ਚੱਲਦੀ ਰਹੀ। ਭਗਤ ਜੀ ਦੇ ਸ਼ਬਦ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਹਨ। ਆਸਾ ਰਾਗ ਵਿੱਚ ਭਗਤ ਧੰਨਾ ਜੀ ਦੇ 3 ਸ਼ਬਦ ਹਨ। ਆਓ ਇਸ ਸ਼ਬਦ ਦੇ ਦਰਸ਼ਨ ਕਰੀਏ। ਚਿਤ ਚੇਤ ਸਖੀ ਨਾ ਦਇਆਲ ਦਮੋਦਰ, ਵਿਬੇ ਨਾ ਜਾਨ ਸਕੋਈ। O my soul, why rememberest thou not the merciful Lord, the belly-coat weaver? Recognize thou not any other? ਜੇ ਧਾਵੈ ਬ੍ਰਹਮੰਡ ਖੰਡ ਕਉ, ਕਰਤਾ ਕਰੇ ਸੋ ਹੋਇ। Through thou mayest run through the universe and the continents, that alone happen what the Creator does. Pause. जननी केरे उदर उदक में पिंड किया 10 द्वारा. He built the body having 10 gates in the water of the mother's womb. दे आहार अग्न में रखा ऐसा खसम हमारा. He gives it sustenance and preserves it in fire. Such is my Lord. कुम्मी जल में तान तिस बाहर, पंख खीर तिन नाहि. The she tortoise is in water, and her young ones are outside the water. They are neither protected by mother's wings nor feed upon her milk. पूरन परमानंद मनोहर, समझ देख मन माहि. The omnipresent embodiment of supreme bliss and fascinating Lord feeds them. Understand and see this in my mind. पाखण कीट गुपत होए रहता, ताचो मार्ग नाही. The worm lives hidden in a stone, and for him there is no way of escape. कह धन्ना पूरन ताहु को, मतरे जी डराहि. Says Tanna, the Lord fills him, fear not, O my soul. I would like to speak few words about Bhagat Tanna Ji for our young generation and English-speaking friends. Bhagat Tanna Ji was a devotee and Gurmukh, born in village Tuan Kala in 1415 near Deoli city in the Tonk district, Rajasthan state, present-day Northwest India. His Bani is included in the Guru Granth Sahib Ji. Though born in a Jat family of the Taliwal, he rejected all Hindu traditions when he came in the contact with Gurmukhs. He found God from his heart. As people say, heart is the real temple of God. He chose to control his desires and to have the only one desire for God. He was a farmer by profession. The fifth Nanak said, Bhagat Tanna Ji served the Lord with the innocence of a child. He followed commands of Lord after realizing the true way of the Lord. Bhagat Tanna Ji born in house of Pai Pannaji from Mai Revaji. He was the only son in his family. He was born into a farmer family and he was not educated in any school.
Bhagat Tanna was a Param Sant, pure saint. From his early childhood, he was very simple, hardworking, and straightforward person. He enjoyed the company of saints and scholars. He also spent his time serving his needy and holy man with dedication and devotion. When he grew up, he went to Kashi and he got the initiation from Saint Ramanand. He was unable to read or he was unable to read or write, but in the end he achieved high states and became perfect saint. There is Gurdwara of Saint Tanna Bhagat Ji for his dedication towards the law. Sri Guru Granth Sahib says, hearing this, Tanna, the Jat, applied himself to devotional worship. The Lord of the universe met him personally. Tanna was so very blessed. Thank you. ਇਹੀ ਮਜ਼ੇਦਾਰ ਇਤਿਹਾਸਕ ਸਾਖੀ ਨੂੰ ਸਿੱਖ ਕੌਮ ਦੇ ਪਹਿਲੇ ਪ੍ਰਚਾਰਕ ਭਾਈ ਗੁਰਦਾਸ ਜੀ ਆਪਣੀਆਂ ਵਾਰਾਂ ਵਿੱਚ ਸੁਨਹਿਰੀ ਕਲਮ ਨਾਲ ਇਵੇਂ ਬਿਆਨਦੇ ਹਨ। ਬਾਹਮਣ ਪੂਜੇ ਦੇਵਤੇ ਧੰਨਾ ਗਊ ਚਰਾਵਣ ਆਵੈ, ਧੰਨੇ ਡਿਠਾ ਚਲਤ ਇਹ ਪੁੱਛੈ ਬ੍ਰਾਹਮਣ ਆਖ ਸੁਣਾਵੈ, ਠਾਕੁਰ ਦੀ ਸੇਵਾ ਕਰਾਏ ਜੋ ਇੱਛੈ ਸੋ ਫਲ ਪਾਵੈ, ਧੰਨਾ ਕਰਦਾ ਜੋਦੜੀ ਮੈਂ ਭੇਦਹਿ ਇੱਕ ਜੇ ਤੁਧ ਭਾਵੈ, ਪੱਥਰ ਇੱਕ ਲਪੇਟ ਕਰ ਦੇ ਧੰਨੇ ਨੂੰ ਗੈਲ ਛੁਡਾਵੈ, ਠਾਕਰ ਨੂੰ ਨਿਵਾਲ ਕੈ ਛਾਹੇ ਰੋਟੀ ਲੈ ਭੋਗ ਚੜਾਵੈ, ਹੱਥ ਜੋੜ ਮਿੰਨਤ ਕਰੈ ਪੈਰੀ ਪੈ ਪੈ ਬਹੁਤ ਮਨਾਵੈ, ਹਉ ਵੀ ਮੂੰਹ ਨਾ ਜੁਠਾਲਸਾਂ ਤੂੰ ਰੁੱਠਾ ਮੈਂ ਕਿਹੋ ਨਾ ਭਾਵੈ, ਗੋਸਾਈ ਪਰ ਤੱਕ ਹੋਏ ਰੋਟੀ ਖਾਹੇ ਛਾਹੇ ਮੋਹਿ ਲਾਵੈ, ਭੋਲਾ ਭਾਉ ਗੋਬਿੰਦ ਮਿਲਾਵੈ, ਭੋਲਾ ਭਾਉ ਗੋਬਿੰਦ ਮਿਲਾਵੈ। ਹਾਂਜੀ ਭੈਣ ਜੀ। ਹਾਂਜੀ ਭਾਜੀ। ਧੰਨਾ ਜੀ ਦੀ ਖੁਸ਼ੀ ਦਾ ਕੋਈ ਅੰਤ ਨਾ ਰਿਹਾ, ਕਿਉਂਕਿ ਜਦੋਂ ਰੋਜ਼ ਠਾਕਰ ਜੀ ਨੂੰ ਭੋਗ ਲਗਾਉਂਦੇ ਅਤੇ ਪ੍ਰਭੂ ਆਪ ਛਕਦੇ ਅਤੇ ਧੰਨਾ ਜੀ ਛਕਦੇ ਹਨ। ਕਹਿੰਦੇ ਹਨ ਕਿ ਇੱਕ ਦਿਨ ਖੁਸ਼ੀ ਵਿੱਚ ਉਛਲ ਪਏ, ਰੋਟੀ ਖਾ ਕੇ ਭਗਵਾਨ ਜੀ ਨੇ ਪ੍ਰਸੰਨ ਹੋ ਕੇ ਕਹਿੰਦੇ ਹਨ ਕਿ ਧੰਨੇ ਕੁਝ ਮੰਗ ਲੈ, ਕੁਝ ਮੰਗ ਲੈ। ਧੰਨਾ ਜੀ ਨੇ ਕੀ ਮੰਗਿਆ? ਕਹਿੰਦੇ ਹਨ ਜੋ ਮੰਗਿਆ ਉਹਨਾਂ ਆਪਾਂ ਰਾਗ ਧਨਾਸਰੀ ਹੇਠ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਇੰਜ ਦਰਜ ਹੈ। ਕਹਿੰਦੇ ਹਨ ਗੋਪਾਲ ਤੇਰਾ ਆਰਤਾ ਜੋ ਜਨ ਤੁਮਰੀ ਭਗਤ ਕਰਨ ਤੇ ਤਿਨ ਕੇ ਕਾਜ ਸਵਾਰਤਾ ਰਹਾਓ, ਦਾਲ ਸਿੱਧਾ ਮੰਗੋ ਕਿਓ ਹਮਰਾ ਖੁਸ਼ੀ ਕਰੇ ਨਿਤ ਜਿਓ, ਪਨੀਆਂ ਛਾਦਨ ਨੀਕਾ ਅਨਾਜ ਮੰਗੋ ਸਤ ਸੀਕਾ, ਗਊ ਭੇਸ ਮੰਗੋ ਲਾਵੇਰੀ ਇੱਕ ਤਾਜਨ ਤੁਰੀ ਚੰਗੇਰੀ, ਘਰ ਕੀ ਹਨ ਚੰਗੀ ਜਨ ਧੰਨਾ ਲੈਵੇ ਮੰਗੀ। ਕੀ ਮੰਗਿਆ ਉਹਨਾਂ ਨੇ? ਕਹਿੰਦੇ ਹਨ ਕਿ ਹੇ ਪ੍ਰਭੂ, ਹੇ ਧਰਤੀ ਦੇ ਪਾਲਣਹਾਰ ਪ੍ਰਭੂ ਜੀ, ਮੈਂ ਤੁਹਾਡੇ ਦਰ ਦਾ ਮੰਗਤਾ ਹਾਂ। ਜੋ ਜੋ ਮਨੁੱਖ ਤੁਹਾਡੀ ਭਗਤੀ ਕਰਦੇ ਹਨ ਉਹਨਾਂ ਦੇ ਕੰਮ ਪੂਰੇ ਕਰਦੇ ਹੋ। ਮੈਂ ਤੁਹਾਡੇ ਦਰ ਵੱਲੋਂ ਦਾਲ, ਆਟਾ ਅਤੇ ਘਿਓ ਮੰਗਦਾ ਹਾਂ ਜੋ ਮੇਰੀ ਜਿੰਦ ਨੂੰ ਨਿਤ ਸੁਖੀ ਰੱਖ ਸਕੇ। ਜੁੱਤੀ ਅਤੇ ਸੁੰਦਰ ਕਪੜਾ ਵੀ ਮੰਗਦਾ ਹਾਂ ਅਤੇ 7 ਸੀਵਾਂ ਦਾ ਅਨਾਜ ਵੀ ਮੰਗਦਾ ਹਾਂ। ਹੇ ਗੋਪਾਲ, ਮੈਂ ਦੁੱਧ ਦੇਣ ਵਾਲੀ ਗਾਂ ਵੀ ਮੰਗਦਾ ਹਾਂ ਅਤੇ ਇੱਕ ਅਰਬੀ ਘੋੜਾ ਵੀ ਮੰਗਦਾ ਹਾਂ। ਮੈਂ ਤੇਰਾ ਦਾਸ ਧੰਨਾ ਤੁਹਾਡੇ ਕੋਲੋਂ ਘਰ ਲਈ ਇੱਕ ਚੰਗੀ ਨਾਰੀ ਵੀ ਮੰਗਦਾ ਹਾਂ। ਇਹ ਗੋਪਾਲ ਮਾਤਾ ਧੰਨੇ ਹੋਣਾ ਦੀਆਂ ਇਹ ਬੇਨਤੀਆਂ ਪ੍ਰਭੂ ਇਸੇ ਤਰ੍ਹਾਂ ਹੀ ਮੰਨਦੇ ਰਹੇ। ਇੱਕ ਦਿਨ ਕਹਿੰਦੇ ਹਨ ਕਿ ਧੰਨਾ ਜੀ ਤਰਲੋਚਨ ਪੰਡਤ ਜੀ ਨੂੰ ਮਿਲੇ। ਧੰਨਾ ਜੀ ਨੇ ਤਰਲੋਚਨ ਜੀ ਦੇ ਚਰਨਾਂ ਤੇ ਨਮਸਕਾਰ ਕੀਤੀ ਅਤੇ ਬੇਨਤੀ ਕੀਤੀ ਕਿ ਜੋ ਆਪ ਜੀ ਨੇ ਉਹ ਜੋ ਠਾਕਰ ਦਿੱਤੇ ਸੀ ਉਹ ਦਾਸ ਦੇ ਸਾਰੇ ਘਰ ਸਵਾਰਦੇ ਹਨ, ਗਊਆਂ ਨੂੰ ਚਾਰਦੇ ਹਨ, ਹਲ ਵੀ ਵਾਹੁੰਦੇ ਹਨ, ਨਿੱਕੇ ਮੋਟੇ ਸਾਰੇ ਕੰਮ ਕਰਦੇ ਹਨ। ਮੇਰੇ ਵਾਂਗ ਬਾਸੀ ਰੋਟੀ, ਸਾਗ, ਲੱਸੀ ਸਭ ਖਾ ਲੈਂਦੇ ਹਨ। ਮੈਂ ਆਪ ਜੀ ਦਾ ਦਿਲੋਂ ਧੰਨਵਾਦ ਕਰਦਾ ਹਾਂ। ਹੁਣ ਦੱਸੋ ਜੋ ਵੀ ਮੈਨੂੰ ਪ੍ਰਾਪਤ ਹੋਇਆ ਹੈ ਉਸ ਦਾ ਅੱਧਾ ਹਿੱਸਾ
ਤੁਹਾਨੂੰ ਦੇਣਾ ਹੈ। ਧੰਨਾ ਜੀ ਕਹਿੰਦੇ ਆ ਤਲੋਚਨ ਜੀ ਨੂੰ, ਵਾਹ ਸੋ ਜਿਹੜਾ ਕੰਮ ਤੁਹਾਡਾ ਮੈਨੂੰ ਦੱਸੋ ਮੈਂ ਕਰਾਵਾਂ। ਧੰਨਾ ਜੀ ਨੇ ਇਹਨਾਂ ਸ਼ਬਦਾਂ ਦੇ ਤਲੋਚਨ ਜੀ ਦਾ ਮਨ ਨੂੰ ਹਿਲਾ ਦਿੱਤਾ। ਪੰਡਤ ਜੀ ਧੰਨਾ ਜੀ ਨੂੰ ਕਹਿਣ ਲੱਗੇ ਕਿ ਮੈਨੂੰ ਵੀ ਠਾਕਰ ਦੇ ਦਰਸ਼ਨ ਕਰਾਓ। ਧੰਨਾ ਜੀ ਕਹਿੰਦੇ, ਉਹ ਦੇਖੋ, ਉੱਧਰ ਦੇਖੋ, ਭਗਵਾਨ ਜੀ ਗਊਆਂ ਚਾਰਦੇ ਹਨ, ਖੂਹ ਵਿੱਚ ਲਾਉਂਦੇ ਹਨ, ਆਪੇ ਹੀ ਨੱਕੇ ਮੋੜੀ ਜਾਂਦੇ ਹਨ। ਪਰ ਅਗਿਆਨੀ ਪੰਡਤ ਨੂੰ ਭਗਵਾਨ ਪ੍ਰਭੂ ਜੀ ਦੇ ਦਰਸ਼ਨ ਨਹੀਂ ਹੋਏ। ਪੰਡਤ ਤਲੋਚਨ ਜੀ ਦਾ ਮਨ ਬੈਰਾਗ ਵਿੱਚ ਭਰ ਗਿਆ, ਅੱਖਾਂ ਵਿੱਚ ਅਥਰੂ ਵਗਣ ਲੱਗ ਗਏ। ਆਪਣੇ ਕੀਤੇ ਗੁਨਾਹਾਂ ਦਾ ਪਛਤਾਵਾ ਕਰਨ ਲੱਗੇ। ਮਨ ਵਿੱਚ ਧੰਨਾ ਜੀ ਦੇ ਪ੍ਰੇਮ ਨੂੰ ਮਹਿਸੂਸ ਕੀਤਾ। ਬੇਨਤੀਆਂ ਕਰਨ ਲੱਗੇ, ਹੇ ਦਿਆਲੂ, ਹੇ ਕਿਰਪਾਲੂ, ਹੇ ਬਖਸ਼ਣ ਪ੍ਰਭੂ ਜੀ, ਮੈਨੂੰ ਪਾਪੀ ਨੂੰ, ਅਪਰਾਧੀ ਨੂੰ, ਅਭਾਗੇ ਨੂੰ, ਗੁਨਹਗਾਰ ਨੂੰ ਦਰਸ਼ਨ ਦਿਓ, ਦਰਸ਼ਨ ਦੀ ਦਾਤ ਬਖਸ਼ੋ। ਇਸੇ ਤਰ੍ਹਾਂ ਬੇਨਤੀਆਂ ਕਰਦੇ ਕਰਦੇ ਕਹਿੰਦੇ ਹਨ ਕਿ ਤਲੋਚਨ ਪੰਡਤ ਜੀ ਬੇਸੁਰਤ ਹੋ ਗਏ ਅਤੇ ਧੰਨਾ ਜੀ ਉਹਨਾਂ ਨੇ ਜਦੋਂ ਦੇਖਿਆ ਮਨ ਵਿੱਚ ਬਹੁਤ ਉਦਾਸ ਹੋਏ ਅਤੇ ਪੰਡਤ ਤਲੋਚਨ ਜੀ ਨੂੰ ਦਰਸ਼ਨ ਦੇਣ ਵਾਸਤੇ ਧੰਨਾ ਜੀ ਆਪ ਪ੍ਰਭੂ ਪਾਸ ਬੇਨਤੀ ਕਰਨ ਲੱਗੇ ਕਿ ਮੇਰੇ ਦਿਆਲੂ ਭਗਵਾਨ ਜੀ, ਮੈਨੂੰ ਤੁਹਾਡੇ ਦਰਸ਼ਨ ਇਹਨਾਂ ਤਲੋਚਨ ਜੀ ਹੋਣਾ ਦੇ ਕਰਕੇ ਹੀ ਮਿਲੇ ਹਨ। ਇਹਨਾਂ ਨੂੰ ਵੀ ਕਿਰਪਾ ਕਰੋ, ਆਪ ਜੀ ਮੇਰੇ ਜੀਵਨ ਵਿੱਚ ਆਏ ਹੋ, ਮਿਹਰ ਕਰੋ, ਤਲੋਚਨ ਜੀ ਨੂੰ ਵੀ ਦਰਸ਼ਨ ਦਿਓ। ਧੰਨਾ ਜੀ ਅਰਦਾਸ ਕਰਦੇ ਹਨ। ਭਗਵਾਨ ਜੀ ਨੇ ਆਖਿਆ, ਧੰਨਾ ਜੀ, ਤਲੋਚਨ ਜੀ ਦੀ ਜਾਤ, ਤਲੋਚਨ ਜੀ ਨੂੰ ਕਹਿੰਦੇ ਹਨ ਕਿ ਇਹ ਜਾਤ ਦਾ ਬਹੁਤ ਅਭਿਮਾਨ ਸੀਗਾ, ਹੰਕਾਰੀ ਸਨ, ਲਾਲਚ ਲੋਭੀ ਸਨ, ਇਹਨਾਂ ਨੂੰ ਦਰਸ਼ਨ ਨਹੀਂ ਹੋਣੇ। ਪਰ ਦੋਨੇ ਨਿਮਰਤਾ ਵਿੱਚ ਦਰਸ਼ਨਾਂ ਦੀ ਲੋਚਨਾ ਕਰਦੇ ਰਹੇ। ਧੰਨਾ ਜੀ ਦੀ ਮਿਹਰ ਨਾਲ ਭਗਵਾਨ ਜੀ ਨੇ ਤਲੋਚਨ ਪੰਡਤ ਜੀ ਨੂੰ ਵੀ ਪ੍ਰਤੱਖ ਦਰਸ਼ਨ ਦਿੱਤੇ। ਧੰਨਾ ਜੀ ਦਾ ਜੀ ਦੀ ਮਹਿਮਾ ਹੋਣ ਲੱਗ ਪਈ। ਭਗਵਾਨ ਜੀ ਨੇ ਹੁਕਮ ਅਨੁਸਾਰ ਧੰਨਾ ਜੀ ਨੇ ਰਾਮਾਨੰਦ ਜੀ ਨੂੰ ਗੁਰੂ ਧਾਰਨ ਕੀਤਾ ਅਤੇ ਘਰ ਵਿੱਚ ਰਹਿ ਕੇ ਧਰਮ ਦੀ ਕਿਰਤ ਕਰਦਿਆਂ ਹੋਇਆਂ ਰਾਮ ਨਾਮ ਦਾ ਸਿਮਰਨ ਕਰਦੇ ਰਹੇ। ਧੰਨਾ ਜੀ ਪ੍ਰਭੂ ਭਗਤੀ ਵਿੱਚ ਲੱਗਦੇ ਰਹੇ। ਕਹਿੰਦੇ ਹਨ ਕਿ ਇਸੇ ਤਰ੍ਹਾਂ ਇੱਕ ਹੋਰ ਸ਼ਬਦ ਹੈ, ਗੁਰੂ ਅਰਜਨ ਦੇਵ ਜੀ ਨੇ ਲਿਖਿਆ ਹੈ, ਗੋਬਿੰਦ 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 ਸੰਗ ਨਾਮ ਦਿਓ ਮਨ ਲੀਨਾ। ਗੋਬਿੰਦ 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 ਸੰਗ ਨਾਮ ਦਿਓ ਮਨ ਲੀਨਾ। ਆਡ ਦਾਮ ਕੋ ਛੀਪਰੋ ਹੋਇਓ ਲਖੀਨਾ। ਬੁਨਾ ਤੰਨਾ ਤਿਆਗ ਕੇ ਪ੍ਰੀਤ ਚਰਨ ਕਬੀਰਾ। ਇੱਥੇ ਉਹਨਾਂ ਨੇ ਸਾਰੇ ਭਗਤਾਂ ਦੀਆਂ ਸਿਫਤਾਵਾਂ ਕੀਤੀਆਂ ਹਨ ਕਿ ਜਿਨ੍ਹਾਂ ਨੇ ਪ੍ਰਭੂ ਨੂੰ ਪਾਇਆ ਹੈ। ਬੁਨਾ ਤੰਨਾ ਤਿਆਗ ਕੇ ਪ੍ਰੀਤ ਚਰਨ ਕਬੀਰਾ। ਨੀਚ ਕੁਲਾ ਜੋ ਲਾਹਰਾ ਪਿਓ ਗੁਨੀ ਗਹੀਰਾ। ਰਵਿਦਾਸ ਵੰਦਾ ਟੋਰ ਨੀਤ ਨਿਤ ਤਿਆਗੀ ਮਾਇਆ। ਪ੍ਰਗਟ ਹੋਆ ਸਾਧ ਸੰਗ ਹਰ ਦਰਸ਼ਨ ਪਾਇਆ। ਸੈਨ ਨਾਈ ਬੁੱਤਕਾਰੀਆਂ ਉਹ ਘਰ ਘਰ ਸੁਣਿਆ। ਹਿਰਦੇ ਵਸਿਆ ਪਾਰ ਬ੍ਰਹਮ ਭਗਤਾ ਮੈਂ ਗਨਿਆ। ਇਹ ਬਿਦ ਸੁਣ ਕੇ ਜਾਟ ਰੋ ਉੱਠ ਭਗਤੀ ਲਾਗਾ। ਇਹਨਾਂ ਸਾਰਿਆਂ ਭਗਤਾਂ ਦੀਆਂ ਕਹਾਣੀਆਂ ਬਾਣੀਆਂ ਸੁਣ ਕੇ ਧੰਨਾ ਜੀ ਉਹਨਾਂ ਦੇ ਮਨ ਵਿੱਚ ਜਿਹੜਾ ਪਿਆਰ ਜਾਗਿਆ। ਕਹਿੰਦੇ ਹਨ, ਇਹ ਬਿਦ ਸੁਣ ਕੇ ਜਾਟ ਰੋ ਉੱਠ ਭਗਤੀ ਲਾਗਾ। ਮਿਲੇ ਪ੍ਰਤੱਖ ਗੁਸਾਈਆਂ ਧੰਨਾ ਵਡਭਾਗਾ। ਵਡਭਾਗੇ ਸਨ ਧੰਨੇ, ਹਾਂਜੀ ਵਡਭਾਗਾ। ਇਸ ਤਰ੍ਹਾਂ ਕਹਿੰਦੇ ਹਨ ਕਿ ਧੰਨੇ ਹੁਣਾਂ ਨੇ ਬਹੁਤ ਗੁਰੂ ਨੂੰ ਪਿਆਰ ਨਾਲ ਕਹਿੰਦੇ ਹਨ ਕਿ ਧੰਨਾ ਭਗਤ ਧੰਨਾ ਦੇ ਭਾਗ ਸਭ ਸਨ ਬਹੁਤ ਵੱਡੇ। ਭਗਤ ਧੰਨਾ ਦੇ ਭਾਗ ਸਨ ਬਹੁਤ ਵੱਡੇ। ਸੱਚੇ ਮਨ ਨਾਲ ਪ੍ਰਭੂ ਧਿਆਇਆ ਸੀ। ਭਗਤ ਧੰਨਾ ਦੇ ਭਾਗ ਸਨ ਬਹੁਤ ਵੱਡੇ। ਸੱਚੇ ਮਨ ਨਾਲ ਪ੍ਰਭੂ ਧਿਆਇਆ ਸੀ। ਉਸਤਤ ਕਰ ਤੇ ਲਿਖ ਕੇ ਸ਼ਬਦ ਸੋਹਣੇ ਪਰਮ ਪਦਵੀ ਨੂੰ ਉਹਨਾਂ ਨੇ ਪਾ ਲਿਆ ਸੀ। ਤੇ ਪੰਚਮ ਪਿਤਾ ਨੇ ਗੁਰੂ ਗ੍ਰੰਥ ਅੰਦਰ, ਪੰਚਮ ਪਿਤਾ ਨੇ ਗੁਰੂ ਗ੍ਰੰਥ ਅੰਦਰ ਰੱਚੀ ਬਾਣੀ ਦੇ ਤਾਈਂ ਸਜਾ ਲਿਆ ਸੀ। ਰੱਚੀ ਬਾਣੀ ਦੇ ਤਾਈਂ ਸਜਾ ਲਿਆ ਸੀ। ਸਜਾਇਆ ਭਗਤ ਧੰਨਾ ਜੀ ਨੂੰ ਬਾਣੀ ਆਪਣੀ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਕੀਤੀ ਹੈ। ਧੰਨਾ ਜੀ ਦੀ ਕਿਉਂ? ਜਿਨ੍ਹਾਂ ਨੇ ਪ੍ਰਭੂ ਨਾਲ ਪਿਆਰ ਕੀਤਾ ਹੈ ਉਹਨਾਂ ਨੇ ਭਗਤੀ ਨਾਲ ਲਾਇਆ ਹੈ। ਇਸੇ ਦੇ ਨਾਲ ਕਹਿੰਦੇ ਹਨ ਕਿ ਆਪਾਂ ਸਾਰਿਆਂ ਨੂੰ ਵੀ ਗੁਰੂ ਭਗਤੀ ਤੋਂ, ਗੁਰੂ ਪਰਮਾਤਮਾ ਤੋਂ ਇਹੀ ਮੰਗਣਾ ਚਾਹੀਦਾ ਹੈ। ਇੱਕ ਹੋਰ ਇੱਥੇ ਤੁਹਾਡੀ ਰਿਵਾਈਸ ਲਿਖੀ ਹੈ, ਭਾਜੀ ਲਿਖੀ ਹੈ, ਭਗਤ ਧੰਨਾ ਜੀ ਪਿਆਰੇ ਰੱਬ ਨੂੰ ਪ੍ਰੇਮ ਪਾਈਆਂ ਪਾਈਆਂ। ਭਗਤ ਧੰਨਾ ਜੀ ਪਿਆਰੇ ਰੱਬ ਨੂੰ ਪ੍ਰੇਮ ਪਾਈਆਂ ਪਾਈਆਂ। ਰੱਬ ਉਸ ਦੀਆਂ ਗਊਆਂ ਚਾਰੇ ਵਾਹ ਕਿਵੇਂ ਸਾਂਝਾਂ ਪਾਈਆਂ ਬਣਾਈਆਂ। ਦਾਲ ਆਟਾ ਘੇ ਤੇ ਅਨਾਜ ਸਾਰੀਆਂ ਚੀਜ਼ਾਂ ਚੱਲ ਕੇ ਆਈਆਂ। ਜ਼ਖਮੀ ਮੰਗਿਆ ਗਾਂ ਤੇ ਕੋੜੀ ਸੱਚੀਆਂ ਲਾਈਆਂ ਤੇ ਨਿਭਾਈਆਂ। ਸੱਚੀਆਂ ਲਾਈਆਂ ਤੇ ਨਿਭਾਈਆਂ। ਕਹਿੰਦੇ ਹਨ ਕਿ ਇਸੇ ਤਰ੍ਹਾਂ ਹੀ ਅਸੀਂ ਵੀ ਪਰਮਾਤਮਾ ਅੱਗੇ
ਇਹੀ ਅਰਦਾਸ ਕਰਨੀ ਹੈ ਕਿ ਹੇ ਪਰਮਾਤਮਾ, ਦੇਖ ਧੰਨਾ ਜੀ ਨੇ ਬੱਚਿਆਂ ਵਾਲੀ ਭੋਲੀ ਭਾਲੀ ਬੁੱਧ ਨਾਲ ਪ੍ਰਭੂ ਜੀ ਨੂੰ ਸੇਵਿਆ, ਪ੍ਰਭੂ ਜੀ ਨੂੰ ਪ੍ਰਸੰਨ ਕਰਕੇ ਧੰਨਾ ਜੀ ਨੂੰ ਦਰਸ਼ਨ ਦਿੱਤੇ ਅਤੇ ਧੰਨਾ ਜੀ ਦੇ ਸਭ ਕਾਰਜ ਪਰਮੇਸ਼ਰ ਜੀ ਆਪ ਕਰਦੇ ਸਨ। ਆਪਣੇ ਮਨ ਨੂੰ ਸਮਝਾਈਏ ਕਿ ਹੇ ਮਨਾ, ਤੂੰ ਵੀ ਚੰਚਲ ਮਤ ਤਿਆਗ ਕੇ ਪ੍ਰਭੂ ਜੀ ਦਾ ਅੱਠੇ ਪੈਰ ਸਿਮਰਨ ਕਰਿਆ ਕਰ। ਆਪਣੇ ਮਨ ਵਿੱਚ ਪ੍ਰੇਮ ਭਗਤੀ ਲਿਆ ਤਾਂ ਜੋ ਤੇਰੇ ਪਾਪਾਂ ਦਾ ਵੀ ਨਾਸ ਹੋਵੇ ਅਤੇ ਤੈਨੂੰ ਵੀ ਪ੍ਰਭੂ ਜੀ ਦੇ ਦਰਸ਼ਨ ਹੋਵੇ ਅਤੇ ਲੋਕ ਪਰਲੋਕ ਸਵਾਰਿਆ ਜਾਵੇ। ਇਹੀ ਸਾਨੂੰ ਇਹਨਾਂ ਸਿੱਖਿਆ ਮਿਲਦੀਆਂ, ਇਹਨਾਂ ਅਖਾਣੀਆਂ ਤੋਂ, ਬਾਬਾਣੀਆਂ ਤੋਂ, ਇਹ ਭਗਤਾਂ ਤੋਂ, ਸੱਚੇ ਭਗਤਾਂ ਤੋਂ ਸਾਨੂੰ ਇਹੀ ਸਿੱਖਿਆ ਮਿਲਦੀ ਹੈ ਕਿ ਅਸੀਂ ਵੀ ਪ੍ਰਭੂ ਦਾ ਸਿਮਰਨ ਕਰੀਏ, ਕਿਸ ਤਰ੍ਹਾਂ ਵੀ ਹੋਵੇ, ਮਨਾ ਕੇ ਮਿੰਨਤਾਂ ਕਰ ਕਰਕੇ ਪ੍ਰਭੂ ਨੂੰ ਕਿਸ ਤਰ੍ਹਾਂ ਮਨਾਉਣਾ ਹੈ। ਇਹ ਤਾਂ ਭਗਤੀ ਉਹ ਹੀ ਜਾਣਦਾ ਹੈ ਜਿਹੜਾ ਭਗਤੀ ਕਰ ਸਕਦਾ ਹੈ, ਜਿਹਦੇ ਮਨ ਵਿੱਚ ਪਿਆਰ ਹੈ। ਸੋ ਇਸੇ ਤਰ੍ਹਾਂ ਹੀ ਪ੍ਰਭੂ ਨੂੰ ਯਾਦ ਕਰਕੇ ਆਪਣੇ ਪਾਪਾਂ ਦਾ ਨਾਸ ਕਰਕੇ ਆਪਾਂ ਆਪਣੇ ਲੋਕ ਪਰਲੋਕ ਸਵਾਰ ਲਈਏ। ਹਾਂਜੀ ਭਾਜੀ, ਆਓ ਜੀ, ਆਓ ਜੀ। ਵਾਹ ਜੀ ਵਾਹ, ਵਾਹ ਜੀ ਵਾਹ। ਸਿੱਖ ਚੈਨਲ ਦੇ ਪਿਆਰੇ ਦਰਸ਼ਕੋ, ਅੱਜ ਅਸੀਂ ਸਿੱਖ ਚੈਨਲ ਤੋਂ ਭਗਤ ਧੰਨਾ ਜੀ ਦੀ ਜੀਵਨ ਕਹਾਣੀ ਬਿਆਨ ਕਰ ਰਹੇ ਹਾਂ। ਉਹਨਾਂ ਦੀ ਜ਼ਿੰਦਗੀ ਦਾ ਸਫ਼ਰ ਅਸੀਂ ਦੇਖ ਰਹੇ ਹਾਂ। ਉਹਨਾਂ ਦੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਬਾਣੀ ਦੇ ਦਰਸ਼ਨ ਕਰ ਰਹੇ ਹਾਂ। ਇਤਿਹਾਸ ਵਿੱਚ ਜ਼ਿਕਰ ਹੈ ਕਿ ਭਗਤ ਧੰਨਾ ਜੀ ਦੇ ਪਿਤਾ ਜੀ ਭਾਈ ਪੰਨਾ ਜੀ ਬਾਹਲੇ ਕੰਜੂਸ ਸਨ ਅਤੇ ਸ਼ੂਮ ਸਨ। ਹੁਣ ਧੰਨਾ ਜੀ ਦੀ ਉਮਰ 20 ਸਾਲ ਤੋਂ ਉੱਪਰ ਸੀ। ਸੋਹਣੀ ਤੇ ਮਨਮੋਹਣੀ ਸ਼ਕਲੋ ਸੂਰਤ, ਦੋਹਰੇ ਪਿੰਡੇ ਵਾਲੇ, ਹੁੰਦੜਹੇਲ, ਪਰ ਨੌਜਵਾਨ ਭਗਤ ਧੰਨਾ ਜੀ ਜਦੋਂ ਆਏ ਗਏ ਲੋੜਵੰਦ ਸਾਧੂ ਸੰਤਾਂ ਨੂੰ ਲੰਗਰ ਛਕਾਉਂਦੇ ਤਾਂ ਪਿਤਾ ਜੀ ਇਸ ਗੱਲ ਤੋਂ ਚਿੜਦੇ ਸਨ, ਬੁਰਾ ਮਨਾਉਂਦੇ ਸਨ। ਪਰ ਧੰਨਾ ਜੀ ਰੱਬੀ ਰੰਗ ਵਿੱਚ ਰੱਤੇ ਰਹਿੰਦੇ। ਅੱਲਾਹ ਕੋ ਭੂਲ ਗਏ ਲੋਗ, ਫਿਕਰੇ ਰੋਜ਼ੀ ਮੈਂ। ਬੰਦਾ ਸੋਚਦਾ ਹੈ ਕਿ ਇੰਨਾ ਇਕੱਠਾ ਕਰ ਲਵਾਂ ਕਿ ਮੇਰੇ ਵਾਸਤੇ ਵੀ ਹੋਵੇ, ਮੇਰੇ ਬੱਚਿਆਂ ਵਾਸਤੇ ਵੀ ਖਜ਼ਾਨੇ ਜਮ੍ਹਾਂ ਹੋ ਜਾਣ ਔਰ ਮੇਰੇ ਬੱਚਿਆਂ ਦੇ ਬੱਚਿਆਂ ਵਾਸਤੇ ਵੀ ਮੈਂ ਜਮ੍ਹਾਂ ਕਰਾਂ। ਸ਼ਾਇਰ ਕਹਿੰਦਾ ਹੈ, अल्लाह को भूल गए लोग फिक्रे रोजी में, अल्लाह को भूल गए लोग फिक्रे रोजी में, तलाश रिज़्क़ की है, राज़िक़ का ख्याल ही नहीं। लेकिन हजूर कहते हैं, सिर सिरजिक संभाही ठाकर काहे मन भाव करिया, सिर सिरजिक संभाही ठाकर काहे मन भाव करिया। खैर, ਵਿਚਾਰੇ ਪਿਤਾ ਜੀ ਲਾਡਲੇ ਪੁੱਤ ਦੀ ਪ੍ਰੇਮ ਭਾਵਨਾ ਨੂੰ ਨਾ ਸਮਝਦੇ ਹੋਏ ਗਿਲੇ ਸ਼ਿਕਵੇ ਕਰਦੇ ਰਹਿੰਦੇ। ਧੰਨੇ ਦੇ ਸਖੇ ਦਿਲ ਦੀ ਕਿਤਾਬ ਨੂੰ ਵਿਚਾਰਾ ਬਾਪ ਹੁੰਦਿਆਂ ਵੀ ਨਹੀਂ ਪੜ੍ਹ ਸਕਿਆ। ਉਦੋਂ ਬੜੀ ਤਕਲੀਫ ਹੁੰਦੀ ਹੈ ਜਦੋਂ ਫੈਮਿਲੀ ਮੈਂਬਰ ਕੋਲ ਹੁੰਦੇ ਹੋਏ ਵੀ ਕੋਲ ਨਹੀਂ ਹੁੰਦੇ। ਖੈਰ, ਕੁਝ ਲੋਕ ਆਦਤ ਤੋਂ ਮਜਬੂਰ ਹੁੰਦੇ ਹਨ। ਇੱਕ ਦਿਨ ਪਿਤਾ ਜੀ ਨੇ ਗੁੱਸੇ ਵਿੱਚ ਕਿਹਾ, ਧੰਨਿਆ, ਜਵਾਨ ਹੋ ਗਿਆ, ਸਿਰ ਖੁਦ ਜ਼ਿੰਮੇਵਾਰੀ ਨਾਲ ਕੰਮ ਕਰਿਆ ਕਰ। ਬਿਜਾਈ ਦੀ ਰੁੱਤ ਸ਼ੁਰੂ ਹੋ ਗਈ ਹੈ, ਕਣਕ ਦਾ ਬੀਜ ਰੱਖਿਆ ਹੋਇਆ, ਜਾ ਕੇ ਕਣਕ ਦੀ ਬਿਜਾਈ ਕਰ। ਪਿਤਾ ਦੀ ਆਗਿਆ ਪਾ ਕੇ ਧੰਨੇ ਨੇ ਬੈਲਾਂ ਦੀ ਜੋੜੀ ਮੂਹਰੇ ਲਾਈ ਤੇ ਖੂਹ ਵੱਲ ਤੁਰ ਪਿਆ। ਹਾਲੇ ਪਿੰਡੋਂ ਥੋੜੀ ਦੂਰੀ ਗਿਆ ਸੀ ਕਿ ਸਾਧੂਆਂ ਦੀ ਟੋਲੀ ਮਿਲੀ, ਜਿਨ੍ਹਾਂ ਨੇ ਭਗਤ ਧੰਨੇ ਦੇ ਘਰ ਦਾ ਰਸਤਾ ਪੁੱਛਿਆ। ਧੰਨੇ ਨੇ ਬੜੇ ਅਦਬ ਸਤਿਕਾਰ ਨਾਲ ਜੀ ਆਇਆਂ ਨੂੰ ਕਿਹਾ ਤੇ ਦੱਸਿਆ, ਮੇਰਾ ਨਾਂ ਹੀ ਧੰਨਾ ਹੈ। ਸ਼ਕਲ ਸੂਰਤ ਤੋਂ ਬਿਲਕੁਲ ਸਾਦ ਮੁਰਾਦਾ, ਦਿਲੀ ਪਿਆਰ ਦਾ ਇਜ਼ਹਾਰ ਤੇ ਦੇਸੀ ਸ਼ੱਕਰ ਵਰਗੇ ਮਿੱਠੇ ਬੋਲ ਸੁਣ ਕੇ ਸਾਧੂਆਂ ਨੇ ਕਿਹਾ, ਬਈ ਵਾਹ, ਜਿਹੋ ਜਿਹਾ ਸੁਣਿਆ ਸੀ ਉਹੋ ਜਿਹਾ ਦੇਖ ਲਿਆ। ਅਸੀਂ ਤੇਰੇ ਨਾਲ ਬੈਠ ਕੇ ਭਜਨ ਕਰਾਂਗੇ, ਤੇਰੇ ਕੋਲੋਂ ਸੰਤ ਰਾਮਾਨੰਦ ਜੀ ਨਾਲ ਬਿਤਾਏ ਦਿਨਾਂ ਦੀਆਂ ਸਾਖੀਆਂ ਸੁਣਾਂਗੇ। ਸਾਡਾ ਜਨਮ ਵੀ ਧਨ ਹੋ ਜਾਊ। ਧੰਨੇ ਨੇ ਪਹਿਲਾਂ ਲੰਗਰ ਬਾਰੇ ਪੁੱਛਿਆ ਤਾਂ ਉਹ ਬੇਹੱਦ ਖੁਸ਼ ਹੋਏ, ਕਿਉਂਕਿ ਉਹ ਅਬਦਾਲ ਸਨ, ਵਿਰਕਤ ਸਨ, ਚੱਕਰਵਰਤੀ ਸਨ। ਧੰਨੇ ਨੇ ਸੋਚਿਆ ਕਿ ਜੇ ਕਣਕ ਦੀ ਬਿਜਾਈ ਵਾਲੇ ਦਾਣੇ ਵੇਚ ਕੇ ਭੋਜਨ ਛਕਾਇਆ ਤਾਂ ਬਾਪੂ ਅਸਮਾਨ ਸਿਰ ਤੇ ਚੱਕ ਲਊ।
ਮਨ ਹੀ ਮਨ ਗਹਿਰੀ ਸੋਚ ਵਿਚਾਰ ਕੀਤੀ ਤਾਂ ਸਮੱਸਿਆ ਦਾ ਹੱਲ ਲੱਭ ਗਿਆ ਤੇ ਉਹਨੇ ਸੁੱਖ ਦਾ ਸਾਹ ਲਿਆ। ਉਹ ਸਾਧੂਆਂ ਨੂੰ ਆਪਣੇ ਖੇਤਾਂ ਵਿੱਚ ਬਿਠਾ ਕੇ ਬਾਣੀਆਂ ਕੋਲ ਗਿਆ ਤੇ ਬੀਜ ਵਾਲੀ ਕਣਕ ਦੇ ਅੱਧੇ ਦਾਣੇ ਵੇਚ ਕੇ ਰਸਦ ਯਾਨੀ ਰਾਸ਼ਨ ਲੈ ਆਇਆ ਤੇ ਭੋਜਨ ਦਾ ਬੰਦੋਬਸਤ ਕੀਤਾ। ਸਾਧੂ ਬੰਦਗੀ ਵਾਲੇ ਸਨ। ਭੋਜਨ ਛਕ ਕੇ ਬਹੁਤ ਪ੍ਰਸੰਨ ਹੋਏ ਤੇ ਜੀ ਭਰ ਕੇ ਅਸੀਸਾਂ ਦਿੱਤੀਆਂ। ਕਹਿਣ ਲੱਗੇ, ਪਰਮਾਤਮਾ ਤੇਰੇ ਘਰ ਦੇ ਅਨਾਜ ਵਿੱਚ 9 ਨਿਧਾਂ ਤੇ 18 ਸਿੱਧਾਂ ਦੀ ਬਰਕਤ ਪਾਵੇ। ਮਾਲਕ ਤੈਨੂੰ ਹਰ ਮੈਦਾਨ ਫਤਿਹ ਬਖਸ਼ੇ। ਫਿਰ 2 ਘੜੀਆਂ ਕਥਾ ਕੀਰਤਨ ਹੋਇਆ ਤੇ ਤਕਾਲੀ ਸਾਧੂਆਂ ਨੇ ਧੰਨੇ ਭਗਤ ਕੋਲੋਂ ਵਿਦਾਇਗੀ ਮੰਗੀ। ਵਿਦਾਇਗੀ ਕਰਕੇ ਬਾਕੀ ਕਣਕ ਦੇ ਬੀਜ ਨੂੰ ਧੰਨੇ ਨੇ ਬੜੇ ਨਿਸ਼ਚੇ ਨਾਲ ਖੇਤਾਂ ਵਿੱਚ ਬੀਜ ਦਿੱਤਾ ਤੇ ਮਨ ਚਿੱਤ ਲਾ ਕੇ ਚੰਗੀ ਫਸਲ ਵਾਸਤੇ ਪਰਮਾਤਮਾ ਮੂਹਰੇ ਅਰਦਾਸ ਕੀਤੀ ਤੇ ਜੀ ਭਰ ਕੇ ਫਸਲ ਦੀ ਦੇਖਭਾਲ ਰਾਖੀ ਵੀ ਕੀਤੀ। ਕੁਝ ਦਿਨਾਂ ਬਾਅਦ ਭਗਤ ਧੰਨੇ ਦਾ ਪਿਤਾ ਜੀ ਪੁੱਤਰ ਦੀ ਕਾਰਗੁਜ਼ਾਰੀ ਦੇਖਣ ਖੇਤਾਂ ਵੱਲ ਫੇਰਾ ਮਾਰਨ ਗਿਆ ਤਾਂ ਭਰਪੂਰ ਫਸਲ ਦੇਖ ਕੇ ਗਦ ਹੋ ਗਿਆ, ਬਾਗ ਹੋ ਗਿਆ ਤੇ ਬੋਲਿਆ, ਧੰਨਿਆ, ਐਸੀ ਫਸਲ ਤਾਂ ਕਦੀ ਮੇਰੀ ਸਾਰੀ ਉਮਰ ਵਿੱਚ ਨਹੀਂ ਹੋਈ। ਧੰਨੇ ਨੇ ਸੋਚਿਆ ਕਿ ਇਹ ਬਰਕਤ ਸਾਧੂਆਂ ਦੀ ਭਜਨ ਬੰਦਗੀ ਅਤੇ ਹੱਥੀਂ ਕੀਤੀ ਸੇਵਾ ਦੀ ਹੈ। ਧੰਨੇ ਨੇ ਮਨ ਹੀ ਮਨ 100 ਵਾਰ ਸ਼ੁਕਰ ਤੇ ਸਬਰ ਵਜੋਂ ਹੱਥ ਜੋੜੇ ਪਰਮਾਤਮਾ ਦਾ ਬਾਰੰਬਾਰ ਸ਼ੁਕਰਾਨਾ ਕੀਤਾ। ਹੁਣ ਪਿਤਾ ਵੀ ਖੁਸ਼ ਤੇ ਭਗਤ ਧੰਨਾ ਵੀ ਬੇਹੱਦ ਖੁਸ਼। ਇਸ ਬਰਕਤਾਂ ਭਰੀ ਫਸਲ ਨਾਲ ਧੰਨੇ ਦੇ ਪਰਿਵਾਰ ਦੇ ਭੰਡਾਰੇ ਭਰ ਗਏ। ਫਾਈਨੈਂਸ਼ੀਅਲ ਹਾਲਤ ਬਹੁਤ ਚੰਗੀ ਹੋ ਗਈ ਤੇ ਉਹ ਪਿੰਡ ਧੂਆਨ ਵਿੱਚ ਵੱਡਾ ਜ਼ਿਮੀਂਦਾਰ ਗਿਣਿਆ ਜਾਣ ਲੱਗਾ। ਇਲਾਕੇ ਵਿੱਚ ਉਹਦੀ ਜੈ ਜੈਕਾਰ ਹੋਣ ਲੱਗੀ। ਸਿੱਖ ਚੈਨਲ ਦੇ ਪਿਆਰੇ ਦਰਸ਼ਕੋ, ਆਓ ਭਗਤ ਧੰਨਾ ਜੀ ਦੀ ਕਲਮ ਤੋਂ ਗੁਰੂ ਗ੍ਰੰਥ ਸਾਹਿਬ ਵਿੱਚੋਂ ਉਹਨਾਂ ਦਾ ਅੰਮ੍ਰਿਤ ਬਚਨ ਸੁਣੀਏ, ਜੋ ਅਸੀਂ ਰੋਜ਼ਾਨਾ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਸਾਹਿਬ ਤੋਂ ਸੰਧਿਆ ਵੇਲੇ ਰਹਿਰਾਸ ਦੇ ਟਾਈਮ ਗਾਇਨ ਰੂਪ ਵਿੱਚ ਸੁਣਦੇ ਹਾਂ। ਗੋਪਾਲ ਤੇਰਾ ਆਰਤਾ ਜੋ ਜਨ ਤੁਮਰੀ ਭਗਤ ਕਰਨ ਤੇ ਤਿਨਕੇ ਕਾਜ ਸਵਾਰਤਾ ਰਹਾਉ। O Lord, I perform thine devotional worship. Thou arrangest the affairs of those persons who perform thine devotional service. Pause. दाल सीधा मांगो कियो हमरा खुशी करे नत जियो. Pulse, flour and ghee I beg of thee, so shall my mind be ever pleased. पनिया चादन नीका अनाज मांगो सत सीका. The footwear, good clothes and corn of 7 sorts I beg of thee. ਗਊ ਭੈਂਸ ਮੰਗੋ ਲਵੇਰੀ ਇੱਕ ਤਾਜਨ ਤੁਰੀ ਚੰਗੇਰੀ. The milk cow and buffalo I ask for, and also a good Turkestani mare. ਘਰ ਕੀ ਗੀਹਨ ਚੰਗੀ ਜਨ ਧੰਨਾ ਲੇਵਾ ਮੰਗੀ. I ask for a good wife to look after my home. I slave ਧੰਨਾ, O Lord ਵਾਹਿਗੁਰੂ ਜੀ, begs thee to procure them. ਸਮਾਂ, ਆਖਰੀ ਲਾਈਨਾਂ, ਸਮਾਂ ਹਮੇਸ਼ਾ ਇੱਕੋ ਜਿਹਾ ਨਹੀਂ ਰਹਿੰਦਾ। ਕਦੀ ਧੁੱਪ, ਕਦੀ ਛਾਂ, ਕਦੇ ਅਮੀਰੀ, ਕਦੇ ਗਰੀਬੀ। ਇਨਸਾਨੀ ਜ਼ਿੰਦਗੀ ਵਿੱਚ ਹਾਲਾਤ, ਸਰਕਮਸਟੈਂਸਿਸ ਬਦਲਦੇ ਰਹਿੰਦੇ ਹਨ। ਕੁਝ ਸਾਲਾਂ ਬਾਅਦ ਵਕਤ ਨੇ ਕਰਵਟ ਲਈ। ਰਾਜਸਥਾਨ ਦੇ ਇਲਾਕੇ ਵਿੱਚ ਬਾਰਿਸ਼ ਨਾ ਹੋਣ ਕਰਕੇ ਸਖਤ ਕਾਲ ਪੈ ਗਿਆ। ਗਰੀਬ ਲੋਕ ਦਾਣੇ ਦਾਣੇ ਲਈ ਤਰਸਣ ਲੱਗੇ। ਸ਼ਾਇਦ ਪਰਮਾਤਮਾ ਵੱਲੋਂ ਭਗਤ ਧੰਨਾ ਜੀ ਵਾਸਤੇ ਪ੍ਰੀਖਿਆ ਸੀ, ਇਮਤਿਹਾਨ ਸੀ। ਭਗਤ ਧੰਨਾ ਜੀ ਨੇ ਰਹਿਮ ਦਿਲ ਸੁਭਾਅ ਅਨੁਸਾਰ ਦਿਆਲੂ ਦਿਲ ਦੇ ਦਰਵਾਜ਼ੇ ਅਤੇ ਅਨਾਜ ਦੇ ਭੰਡਾਰੇ ਗਰੀਬਾਂ ਮਸਕੀਨਾਂ ਵਾਸਤੇ ਖੋਲੇ। ਜਿਸ ਤਰ੍ਹਾਂ ਦਰਖਤ ਉੱਤੇ ਪੱਤੇ ਜਿੰਨੇ ਮਰਜ਼ੀ ਹੋਣ, ਪਰ ਉਹਦੀ ਪਛਾਣ ਫਲਾਂ ਤੋਂ ਹੁੰਦੀ ਹੈ, ਇਸੇ ਤਰ੍ਹਾਂ ਭਲੇ ਬੰਦੇ ਦੀ ਪਛਾਣ ਉਹਦੀਆਂ ਗੱਲਾਂ ਤੋਂ ਨਹੀਂ, ਅਮਲੀ ਕੰਮਾਂ ਤੋਂ ਹੁੰਦੀ ਹੈ। ਜੋ ਵੀ ਧੰਨੇ ਦੇ ਖੂਹ ਤੇ ਆਇਆ, ਕਿਸੇ ਨੂੰ ਵੀ ਖਾਲੀ ਨਹੀਂ ਮੋੜਿਆ। ਭਗਤ ਜੀ ਐਸੇ ਸ਼ੁਭ ਕੰਮ ਬੜੀ ਦਲੇਰੀ, ਉਤਸ਼ਾਹ, ਸਬਰ ਤੇ ਹਿੰਮਤ ਨਾਲ ਕਰਿਆ ਕਰਦੇ ਸਨ।
ਜਿਸ ਬੰਦੇ ਦੀ ਜ਼ਿੰਦਗੀ ਵਿੱਚ ਸਬਰ ਹੋਵੇ ਉਹ ਸਾਰੀਆਂ ਸਮੱਸਿਆਵਾਂ ਹੱਲ ਕਰ ਸਕਦਾ ਹੈ। वाह शायर कहता है, ख्वाहिशें बादशाहों को गुलाम बना लेती हैं, ख्वाहिशें बादशाहों को गुलाम बना लेती हैं, मगर सब्र गुलामों को बादशाह बना देता है। ਕੁਝ ਅਰਸੇ ਬਾਅਦ ਇੱਕ ਦਿਨ ਭਗਤ ਧੰਨਾ ਜੀ ਦੇ ਖੇਤਾਂ ਵਿੱਚ ਸਾਧੂ ਆਇਆ ਤੇ ਕੱਦੂ ਦੇ ਕੇ ਕਹਿਣ ਲੱਗਾ, ਧੰਨਿਆ ਆ ਤੂੰਬੇ ਦੇ ਬੀਜ ਰੱਖ ਲੈ, ਜਦੋਂ ਬਹੁਤ ਤੂੰਬਿਆਂ ਦੀ ਫਸਲ ਹੋਊ ਤਾਂ ਸਾਧੂਆਂ ਦੇ ਕਮੰਡਲ ਬਣਾਉਣ ਦੇ ਕੰਮ ਆਉਣਗੇ। ਧੰਨੇ ਨੇ ਸਹਿਜ ਸੁਭਾਏ ਤੂੰਬਾ ਫੜ ਕੇ ਪਾਸੇ ਰੱਖ ਦਿੱਤਾ। ਸਮਾਂ ਬੀਤਿਆ, ਰੁੱਤ ਫਿਰੀ ਤਾਂ ਭਗਤ ਜੀ ਨੂੰ ਖਿਆਲ ਆਇਆ ਕਿ ਸਾਧੂ ਵਧੀਆ ਤੂੰਬੇ ਦੇ ਬੀਜ ਦੇ ਗਿਆ ਸੀ। ਜਦੋਂ ਧੰਨੇ ਨੇ ਤੂੰਬੇ ਨੂੰ ਤੋੜਿਆ ਤਾਂ ਵਿੱਚੋਂ ਹੀਰੇ, ਮੋਤੀ ਤੇ ਜਵਾਹਰਾਤ ਨਿਕਲੇ। ਆਮ ਸ਼ੋਰ ਇਹ ਭਗਤ ਧੰਨਾ ਜੀ ਦੀ ਨਿਹਕਾਮੀ ਸੇਵਾ ਦਾ ਫਲ ਸੀ। ਸੇਵਾ ਕਰਤ ਹੋਏ ਨਿਹਕਾਮੀ ਤਿਸ ਕੋ ਹੋਤ ਪ੍ਰਾਪਤ ਸੁਆਮੀ। ਹੁਣ ਭੋਲੇ ਭਗਤ ਨੂੰ ਸਮਝ ਆਈ ਕਿ ਉਹ ਸਾਧੂ ਦੇ ਰੂਪ ਵਿੱਚ ਖੁਦਾ ਪਰਮਾਤਮਾ ਸੀ। ਸਾਰੇ ਪਾਸੇ ਖੁਸ਼ੀਆਂ ਦੀਆਂ ਸ਼ਹਿਨਾਈਆਂ ਵੱਜੀਆਂ। ਹੁਣ ਧੰਨੇ ਭਗਤ ਨੇ ਜਿੱਥੇ ਆਏ ਗਏ ਲੋਕਾਂ ਵਾਸਤੇ ਸਦਾ ਵਰਤ ਲਾਇਆ, ਉੱਥੇ ਇਲਾਕੇ ਵਿੱਚ ਪਾਣੀ ਦੀ ਥੋੜ ਨੂੰ ਪੂਰਾ ਕਰਨ ਵਾਸਤੇ ਸਰੋਵਰ ਅਤੇ ਮੁਸਾਫਰਾਂ ਵਾਸਤੇ ਸਰਾਵਾਂ ਵੀ ਬਣਵਾਈਆਂ। ਹੁਣ ਉਹ ਧੰਨਾ ਸੇਠ ਬਣ ਗਿਆ ਸੀ, ਜੋ ਸਮਝਦਾਰ, ਕਬੀਲਦਾਰ ਤੇ ਪੂਰਾ ਸੂਰਾ ਦੁਨੀਆਦਾਰ ਵੀ ਸੀ। ਸਿਆਣਿਆਂ ਠੀਕ ਕਿਹਾ ਹੈ ਕਿ ਪਰਮਾਤਮਾ ਦੀ ਕਿਰਪਾ ਨਾਲ ਸਭ ਕੁਝ ਸੰਭਵ ਹੋ ਸਕਦਾ ਹੈ। ਘੜੀ ਨੇ ਇਸ਼ਾਰਾ ਕੀਤਾ ਹੈ ਕਿ ਆਖਰੀ ਮਿੰਟ। ਆਖਰੀ ਰੁਬਾਈ 7000 ਜ਼ਖਮੀ ਰੁਬਾਈਆਂ ਨਾਂ ਦੀ ਛਪ ਚੁੱਕੀ ਕਿਤਾਬ ਵਿੱਚੋਂ ਇੱਕ ਰਵਾਇਤ ਧੰਨਾ ਜੀ ਦੀ ਆਪ ਜੀ ਦੀ ਨਜ਼ਰ ਕਰਦਾ ਹਾਂ। ਵਿਸ਼ੇਸ਼ ਤੌਰ ਤੇ ਸੁਣਵੀਰ ਕੁਮਾਰ ਕਾਰਤਿਕ ਸਾਹਿਬ ਤੁਹਾਡੀ ਨਜ਼ਰ। ਧੰਨਾ ਭਗਤ ਪਿੰਡ ਧੂਆਨ ਰੱਬ ਉਹਦੀ ਯਾਦ ਵਿੱਚ ਵਸਿਆ। ਕਾਸ਼ੀ ਦੇ ਰਾਮਾਨੰਦ ਦਾ ਚੇਲਾ ਦੇਖ ਖੁਮਾਰੀ ਗੁਰੂ ਵੀ ਹੱਸਿਆ। ਗੁਰੂ ਗ੍ਰੰਥ ਸਾਹਿਬ ਵਿੱਚ ਸ਼ਬਦ ਗਾਡੀ ਰਾਹ ਸੰਤ ਨੇ ਦੱਸਿਆ। ਮਿਲੇ ਪ੍ਰਤੱਖ ਗੁਸਾਈਆਂ ਜ਼ਖਮੀ ਉੱਡੀ ਅਗਿਆਨ ਦੀ ਮੱਸਿਆ। ਸਮਾਂ ਸੰਪੂਰਨ ਹੈ ਜੀ। ਤੁਸੀਂ ਕਮੈਂਟਸ ਦੇਣੇ ਹੋਣ, ਫੀਡਬੈਕ ਦੇਣੀ ਹੋਵੇ ਤਾਂ YouTube ਤੇ ਵਰਿੰਦਰ ਸਿੰਘ ਜ਼ਖਮੀ। ਜੇ ਲੰਬੀ ਚੌੜੀ ਗੱਲ ਕਰਨੀ ਹੋਵੇ, ਕੋਈ ਸੁਝਾਅ, ਕੋਈ ਟੌਪਿਕ ਦੱਸਣਾ ਹੋਵੇ ਤਾਂ ਈਮੇਲ ਕਰੋ ਜੀ varinder_singh_7@hotmail.co.uk। ਸ਼ੋ ਨਿਭਾਉਂਦਿਆਂ ਬੇਅੰਤ ਭੁੱਲਾਂ ਹੁੰਦੀਆਂ ਹਨ। ਹੱਥ ਜੋੜ ਕੇ, ਸਿਰ ਝੁਕਾ ਕੇ ਰੱਬ ਵਰਗੇ ਸਰੋਤੇ ਦਰਸ਼ਕਾਂ ਕੋਲੋਂ ਮਾਫੀ ਮੰਗਦੇ ਹਾਂ। ਆਸ਼ੀਰਵਾਦ ਦਿਓ। ਧੰਨਵਾਦ ਸੁਰਿੰਦਰ ਭੈਣ ਜੀ ਦਾ, ਟੈਕਨੀਕਲ ਟੀਮ ਵੱਲੋਂ ਸੁਣੇਵੀਰ ਕੁਮਾਰ ਕਾਰਤਿਕ ਸਾਹਿਬ ਦਾ। ਸਾਰੀ ਟੀਮ ਰਲ ਕੇ ਹੀ ਪ੍ਰੋਗਰਾਮ ਨੂੰ ਸੋਹਣਾ ਬਣਾਉਂਦੇ ਹਨ। ਸੋ ਭੁੱਲ ਚੁੱਕ ਦੀ ਮਾਫੀ। ਤਾਂ ਹੋਪਫੁਲੀ ਮਿਲਦੇ ਹਾਂ ਅਗਲੇ ਹਫਤੇ। ਫਤਿਹ ਦੀ ਸਾਂਝ ਹੋ ਜਾਏ। ਵਾਹਿਗੁਰੂ ਜੀ ਕਾ ਖਾਲਸਾ, वाहिगुरु जी की फतेह। ਵਾਹਿਗੁਰੂ।